ਭੱਟ ਸ਼ਬਦ ਸੰਸਕ੍ਰਿਤ ਦਾ ਹੈ। ਮੂਲ ਸ਼ਬਦ ਇਸ ਦਾ ਪ੍ਰਿਤ ਹੈ। ਪ੍ਰਿਤ ਦਾ ਅਰਥ ਹੈ ਵਗਾਰ ਦੇ ਉੱਪਰ ਪੈਸੇ ਲੈ ਕੇ ਜਸ ਗਾਉਣ ਵਾਲਾ। ਨ੍ਰਿਤ ਦਾ ਸ਼ਬਦ ਹੈ ਪੈਸੇ ਲੈ ਕੇ ਨੱਚਣ ਵਾਲਾ। ਨ੍ਰਿਤ ਤੋਂ ਸ਼ਬਦ ਨੱਟ ਬਣਦਾ ਹੈ, ਪ੍ਰਿਤ ਤੋਂ ਸ਼ਬਦ ਭੱਟ ਬਣਦਾ ਹੈ। ਦੋ ਸਾਡੇ ਕੋਲ ਇਹਨਾਂ ਦੀ ਉਤਪਤੀ ਦੀਆਂ ਧਾਰਨਾਵਾਂ ਨੇ, ਇੱਕ ਇਤਿਹਾਸਕ ਹੈ, ਇੱਕ ਮਿਥਿਹਾਸਕ ਹੈ। ਸ਼ਿਵ ਪੁਰਾਣ ਦਾ ਇਤਿਹਾਸਕ ਸਰੋਤ ਕਹਿੰਦਾ ਹੈ ਕਿ ਸ਼ਿਵ ਤੇ ਪਾਰਵਤੀ ਦਾ ਵਿਆਹ ਹੋ ਰਿਹਾ ਸੀ। ਉਸ ਦੇ ਗਣ ਸ਼ਿਵ ਦੇ ਮਰੀਦ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਬਾਕੀ ਲੋਕਾਂ ਦੇ ਸੰਗੀਤ ਨ੍ਰਿਤ ਰਚਨਾਵਾਂ ਸੁਣ ਕੇ ਅੱਕ ਚੁੱਕੇ ਹਨ, ਕੋਈ ਨਵੀਂ ਚੀਜ਼ ਪੈਦਾ ਕਰ। ਮਿਥਿਹਾਸ ਕਹਿੰਦਾ ਕਿ ਸ਼ਿਵ ਨੇ ਮੱਥੇ ਤੋਂ ਪਸੀਨਾ ਪੂੰਝਿਆ, ਜ਼ਮੀਨ ਤੇ ਸੁੱਟਿਆ, ਭੱਟ ਪੈਦਾ ਹੋਇਆ। ਪਰ ਕੁਦਰਤ ਨੇ ਮਨੁੱਖ ਜਿਸ ਮੂਲ ਚੋਂ ਪੈਦਾ ਹੁੰਦਾ ਹੈ ਉਸ ਦੀ ਸਿਫਤ ਕਰਦਾ ਹੈ। ਉਸ ਭੱਟ ਨੇ ਸ਼ਿਵ ਦੀ ਤਾਰੀਫ ਕੀਤੀ, ਸ਼ਿਵ ਦੇ ਵਸਫ ਹੋਏ। ਸ਼ਿਵ ਚਾਹੁੰਦਾ ਹੈ ਕਿ ਪਾਰਵਤੀ ਸੋਹਣੀ ਹੈ, ਉਸ ਦੀ ਤਾਰੀਫ ਕੀਤੀ ਜਾਵੇ। ਭੱਟ ਨੇ ਇਨਕਾਰ ਕੀਤਾ, ਕਹਿੰਦਾ ਨਹੀਂ, ਮੈਨੂੰ ਪੈਦਾ ਕਰਨ ਵਾਲਾ ਤੂੰ ਹੈ, ਮੈਂ ਤੇਰੀ ਤਾਰੀਫ, ਤੇਰੀ ਸਿਫਤ ਕਰਾਂਗਾ। ਸ਼ਿਵ ਨਾਰਾਜ਼ ਹੋਇਆ, ਉਸ ਨੂੰ ਮਾਤ ਲੋਕ ਤੇ ਭੇਜ ਦਿੱਤਾ। ਇਹ ਮਿਥਿਹਾਸਕ ਪਰੰਪਰਾ ਹੈ ਭੱਟਾਂ ਦੀ ਉਤਪਤੀ ਦੇ ਪਿੱਛੇ। ਪਰ ਅਸਲੀਅਤ ਇਤਿਹਾਸ, ਕਰਨਲ ਟੌਡ ਹਿਸਟਰੀ ਐਂਡ ਕਲਚਰ ਆਫ ਪੰਜਾਬ, ਜਾਂ ਇਸ ਤੋਂ ਪਹਿਲਾਂ ਮਿਲਸਟਰ ਈਲੀਅਟ ਐਂਡ ਡਿਊਸਨ ਦੀ ਕਿਤਾਬ ਕਾਸਟ ਐਂਡ ਟ੍ਰਾਈਬਸ ਆਫ ਇੰਡੀਆ, ਉਸ ਨੂੰ ਪੜ੍ਹਨ ਦੀ ਲੋੜ ਹੈ। ਦਰਅਸਲ ਇਹਨਾਂ ਦਾ ਪਿਛੋਕੜ ਰਾਜਪੂਤਾਂ ਦੇ ਵਿੱਚੋਂ ਹੈ। ਰਾਜਪੂਤਾਂ ਦੀ ਉਹ ਜਾਤੀ ਜਿਹੜੀ ਰਾਜਪੂਤ ਰਾਜਿਆਂ ਦੇ ਦਰਬਾਰ ਦੇ ਵਿੱਚ ਜਾ ਕੇ ਉਹਨਾਂ ਦੀ ਉਸਤਤ ਕਰਿਆ ਕਰਦੀ ਸੀ। ਸਾਡੇ ਪੁਰਾਤਨ ਸਰੋਤਾਂ 'ਚ ਇੱਕ ਜ਼ਿਕਰ ਮਿਲਦਾ ਹੈ, ਕਿਸੇ ਸਮੇਂ ਇੱਕ ਨਦੀ ਵਿਆਹ ਕਰਦੀ ਸੀ, ਸਰਸਵਤੀ। ਉਸ ਨਦੀ ਦੇ ਪਾਰ ਵਾਲੇ ਪਾਸੇ ਵਸਣ ਵਾਲੇ ਭੱਟਾਂ ਨੂੰ ਗੌਰ ਬ੍ਰਾਹਮਣਾਂ 'ਚੋਂ ਗਿਣਿਆ ਜਾਂਦਾ ਹੈ ਤੇ ਉਰਾਰ ਵਾਲਿਆਂ ਨੂੰ, ਸਾਡੇ ਪਾਸੇ ਵਾਲਿਆਂ ਨੂੰ ਸਾਰਸਵਤ ਬ੍ਰਾਹਮਣ ਗਿਣਿਆ ਜਾਂਦਾ ਹੈ। ਜਿਹੜੇ ਭੱਟ ਨੇ, ਇਹਨਾਂ ਦੇ ਵਿੱਚ ਗੁਣ ਸੀ ਚੰਗੀ ਲਿਖਤ ਦਾ, ਇਹਨਾਂ ਦੇ ਵਿੱਚ ਗੁਣ ਸੀ ਚੰਗਾ ਗਾਉਣ ਦਾ, ਇਹਨਾਂ ਦੇ ਵਿੱਚ ਗੁਣ ਸੀ ਚੰਗੀ ਰਚਨਾ ਪੈਦਾ ਕਰਨ ਦਾ, ਇਹਨਾਂ ਦੇ ਵਿੱਚ ਗੁਣ ਸੀ ਚੰਗੀ ਟਿੱਪਣੀ ਪੈਦਾ ਕਰਨ ਦਾ। ਔਰ ਸੱਚ ਜਾਣਿਓ, ਭੱਟ ਸਾਹਿਬਾਨ ਨੇ ਜੋਤ ਔਰ ਜੁਗਤ ਨੂੰ ਖੋਲ੍ਹਿਆ ਹੈ। ਕੇਵਲ ਭੱਟ ਸਾਹਿਬਾਨ ਦੀ ਜਿਹੜੀ ਗੱਲ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ ਆਉਂਦੀ। ਜੇ ਅਸੀਂ ਪਿੱਛੇ ਚਲੇ ਜਾਈਏ ਤਾਂ ਉਸ ਵੇਲੇ ਇਤਿਹਾਸ ਦੇ ਵਿੱਚ ਭੱਟਾਂ ਦਾ ਆਪਣਾ ਕੀ ਕਿਰਦਾਰ ਹੈ। ਕਿਉਂਕਿ ਮੈਂ ਇਹ ਵਿਸ਼ੇ ਨੂੰ ਇਸ ਕਰਕੇ ਛੂਹਿਆ ਹੈ ਕਿ ਸ਼ਾਇਦ ਇਸ ਵਿਸ਼ੇ ਤੋਂ ਤੁਸੀਂ ਬਿਲਕੁਲ ਸ਼ਾਇਦ ਬਹੁਤ ਵੀਰ ਜਾਣਦੇ ਹੋਣ ਜਾਂ ਕੁਛ ਅਣਭਿੱਜ ਹੋਣ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਉਹਨਾਂ 'ਚੋਂ 2 ਗੁਰੂ ਸਾਹਿਬਾਨ ਸ਼ਹੀਦ ਨੇ। ਜਿਨ੍ਹਾਂ ਭੱਟਾਂ ਦੀ ਬਾਣੀ ਦਰਜ ਹੈ ਉਹਨਾਂ 'ਚੋਂ 2 ਭੱਟ ਸ਼ਹੀਦ ਨੇ, ਭਾਈ ਕੀਰਤ ਔਰ ਭਾਈ ਮਥੁਰਾ। ਔਰ ਭਗਤਾਂ ਦੇ ਵਿੱਚੋਂ ਇੱਕ ਭਗਤ ਸ਼ਹੀਦ ਹੈ। ਮੈਂ ਉਸ ਵਿਸ਼ੇ ਨੂੰ ਥੋੜ੍ਹਾ ਸਾਂਝਾ ਕਰਨਾ ਚਾਹੂੰਗਾ ਸੀਮਤ ਸਮੇਂ ਦੇ ਵਿੱਚ। ਜਿਸ ਵੇਲੇ ਪ੍ਰਿਥਵੀ ਰਾਜ ਚੌਹਾਨ ਸੰਜੋਗਤਾ ਨੂੰ ਕੱਢ ਕੇ ਲਿਆਉਂਦਾ, ਇਤਿਹਾਸਕ ਸਰੋਤਾਂ ਨੂੰ ਪੜ੍ਹੀਏ ਰਿਸ਼ਤੇ 'ਚ ਪੈਣ ਲੱਗਦੀ ਹੈ। ਸਾਰਾ ਦਿਨ ਉਸ ਦੇ ਨਾਲ ਰੰਗ ਰਲੀਆਂ 'ਚ ਮਸਤ ਰਹਿੰਦਾ ਹੈ। ਉੱਧਰ ਸੋਲੰਕੀ ਰਾਜਪੂਤ ਸ਼ਹਾਬੂਦੀਨ ਮੁਹੰਮਦ ਗੋਰੀ ਨੂੰ ਸੁਨੇਹਾ ਦਿੰਦੇ ਨੇ ਕਿ ਪ੍ਰਿਥਵੀ ਰਾਜ ਚੌਹਾਨ ਤਾਂ ਰਾਗ ਰੰਜ ਦੇ ਵਿੱਚ ਗਰਸਿਆ ਬੈਠਾ ਹੈ। ਬਾਂਗੇ ਦਰਾ ਦੇ ਵਿੱਚ ਡਾਕਟਰ ਮੁਹੰਮਦ ਇਕਬਾਲ ਨੇ ਇੱਕ ਗੱਲ ਲਿਖੀ ਹੈ, ਅੱਜ ਸ਼ੇਖ ਤੁਝੇ ਬਤਲਾਊਂ ਤਕਦੀਰੇ ਉਮਮ ਕਿਆ ਹੈ, ਤੇਗੋ ਸਨਾਨ ਅਵਲ ਤਉ ਸੋਰ ਬਾਬ ਆਖਿਰ। ਐ ਸ਼ੇਖ, ਮੈਂ ਤੈਨੂੰ ਦੱਸਣਾ ਚਾਹੁੰਦਾ ਕੌਮ ਦੀ ਤਕਦੀਰ ਕੀ ਹੁੰਦੀ ਹੈ। ਜਿਹੜੀਆਂ ਕੌਮਾਂ ਆਪਣੇ ਹੱਥਾਂ ਦੇ ਵਿੱਚ ਸ਼ਮਸ਼ੀਰੇ ਦਸਤ ਹੋ ਕੇ ਕੌਮੀ ਅਖਲਾਕ ਦੇ ਵਾਸਤੇ ਜੂਝਦੀਆਂ ਨੇ, ਉਹ ਕੌਮ ਦੀ ਤਕਦੀਰ ਬਣਾ ਦਿੰਦੀਆਂ ਨੇ। ਤੇ ਜਿਹੜੀਆਂ ਕੌਮਾਂ ਰਾਗ ਤੇ ਰਸ ਦੇ ਵਿੱਚ ਮਸਤ ਹੋ ਜਾਂਦੀਆਂ ਨੇ, ਉਹ ਕੌਮ ਦੀ ਤਕਦੀਰ ਨੂੰ ਸ਼ਰਮਸ਼ਾਰ ਕਰ ਦਿੰਦੀਆਂ ਨੇ। ਕਹਿੰਦਾ ਆ ਸ਼ੇਖ ਤੁਝੇ ਬਤਲਾਊਂ ਤਕਦੀਰੇ ਉਮਮ ਕਿਆ ਹੈ, ਤੇਗੋ ਸਨਾਨ ਅਵਲ ਤਉ ਸੁਰ ਬਾਬ ਆਖਿਰ। ਰਾਗ ਔਰ ਰਸ ਦੇ ਵਿੱਚ ਮਸਤ ਔਰ ਵਿਅਸਤ ਪ੍ਰਿਥਵੀ ਰਾਜ ਚੌਹਾਨ, ਇਸ ਦੇ ਦਰਬਾਰੀ ਚਾਂਦ ਭੱਟ ਨੇ ਆ ਕੇ ਇੱਕ ਇਸ ਨੂੰ ਮਿਹਣਾ ਮਾਰਿਆ। ਉਸ ਮਿਹਣੇ ਨੂੰ ਸ਼ਬਦ ਕਹਿੰਦਾ, ਤੂੰ ਬੈਠੋ ਗੋਰੀ ਸਰ ਤਕੀਆ, ਅਵਰ ਗੋਰੀ ਤੇਰੋ ਘਰ ਤਕੀਆ। ਇੱਥੇ ਗੌਰੀ ਸ਼ਬਦ ਪਹਿਲਾਂ ਉਸਨੇ ਪਤਨੀ ਦੇ ਵਾਸਤੇ ਵਰਤਿਆ। ਕਹਿੰਦਾ ਤੂੰ ਤੇ ਆਪਣੀ ਪਤਨੀ ਸੰਜੋਗਤਾ ਗੋਰੀ ਦਾ ਸਰਾਣਾ ਮਲ ਕੇ ਬੈਠਾ ਹੈ, ਉਧਰ ਸ਼ਹਾਬੂਦੀਨ ਗੌਰੀ ਤੇਰਾ ਘਰ ਤੱਕ ਰਿਹਾ, ਤੇਰੇ ਤੇ ਹਮਲਾ ਕਰਨ ਵਾਸਤੇ ਤਿਆਰ ਹੈ। ਹਮਲਾ ਕੀਤਾ, ਲੜ ਨਾ ਸਕਿਆ, ਗ੍ਰਿਫਤਾਰ ਕੀਤਾ ਗਿਆ। ਇਸ ਨੂੰ ਨਾਲ ਲੈ ਗਿਆ ਸ਼ਹਾਬੂਦੀਨ ਮੁਹੰਮਦ ਗੋਰੀ, ਜੇਲ੍ਹ ਦੇ ਵਿੱਚ ਸੁੱਟ ਦਿੱਤਾ।
ਅੱਖਾਂ ਬੰਨ੍ਹ ਦਿੱਤੀਆਂ, ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ, ਤਸ਼ੱਦਦ ਕੀਤਾ। ਚਾਂਦ ਪਹਾੜ ਤੱਕ ਫਿਰ ਖਬਰ ਪਹੁੰਚੀ ਕਿ ਉਸ ਦਾ ਮਾਲਿਕ, ਮੈਂ ਭੱਟਾਂ ਦੀ ਵਫਾਦਾਰੀ ਦੀ ਗੱਲ ਕਰਨ ਲੱਗਾ, ਚਾਂਦ ਭੱਟ ਨੂੰ ਖਬਰ ਪਹੁੰਚੀ ਕਿ ਉਸ ਦਾ ਮਾਲਿਕ ਜਿਹੜਾ ਉਸ ਨੂੰ ਜੇਲ੍ਹ ਦੇ ਵਿੱਚ ਬੁਰੇ ਹਾਲਾਤ ਦੇ ਵਿੱਚ ਰੱਖਿਆ ਗਿਆ। ਚਾਂਦ ਭੱਟ ਉੱਥੇ ਪਹੁੰਚਿਆ, ਜਾ ਕੇ ਸ਼ਹਾਬੂਦੀਨ ਮੁਹੰਮਦ ਗੋਰੀ ਦੇ ਦਰਬਾਰ 'ਚ ਕਹਿੰਦਾ ਮੇਰਾ ਮਾਲਕ ਤੇਰੀ ਕੈਦ ਦੇ ਵਿੱਚ ਹੈ, ਪ੍ਰਿਥਵੀ ਰਾਜ ਚੌਹਾਨ। ਮੈਨੂੰ ਪਤਾ ਹੈ ਮੇਰਾ ਮਾਲਕ ਕਮਜ਼ੋਰ ਹੋ ਚੁੱਕਾ ਹੈ, ਮੈਨੂੰ ਪਤਾ ਹੈ ਜੇਲ੍ਹ ਦੇ ਵਿੱਚ ਉਸ ਨੂੰ ਰੋਟੀ ਨਹੀਂ ਦਿੱਤੀ ਜਾ ਰਹੀ, ਮੈਨੂੰ ਪਤਾ ਕਿ ਉਸ ਦੀਆਂ ਅੱਖਾਂ ਬੰਨੀਆਂ ਹੋਈਆਂ ਨੇ, ਮੈਨੂੰ ਪਤਾ ਹੈ ਤੇਰੇ ਤਸ਼ੱਦਦ ਦਾ ਸ਼ਿਕਾਰ ਹੈ, ਪਰ ਹੈ ਰਾਜਨ, ਮੈਂ ਤੇਰੇ ਦਰਬਾਰ ਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ। ਜਿਹੜਾ ਪ੍ਰਿਥਵੀ ਰਾਜ ਚੌਹਾਨ ਹੈ ਉਹ ਸ਼ਬਦ ਭੇਦੀ ਬਾਣ ਚਲਾਉਣੇ ਜਾਣਦਾ ਹੈ, ਉਹਦੇ ਕੋਲ ਇੱਕ ਗੁਰ ਹੈ, ਇੱਕ ਵਿੱਦਿਆ ਹੈ, ਕਮ ਸੇ ਕਮ ਉਹਦੀ ਮੌਤ ਤੋਂ ਪਹਿਲਾਂ ਉਹ ਵਿੱਦਿਆ ਤਾਂ ਸਿੱਖ ਲਈ ਜਾਏ। ਸ਼ਬਦ ਭੇਦੀ ਬਾਣ, ਸ਼ਬਦ ਭੇਦੀ ਬਾਣ ਸ਼ਸਤਰ ਵਿੱਦਿਆ ਜਾਂ ਔਰ ਤੀਰ ਅੰਦਾਜ਼ੀ ਦਾ ਉਹ ਗੁਰ ਹੈ ਕਿ ਜਿੱਥੇ ਆਵਾਜ਼ ਆਵੇ ਉੱਥੇ ਤੀਰ ਚਲਾ ਦਿੱਤਾ ਜਾਵੇ, ਜਿੱਥੇ ਵੀ ਆਵਾਜ਼ ਆਵੇ ਉਸ ਦਿਸ਼ਾ ਵੱਲ ਤੀਰ ਚਲਾ ਦਿੱਤਾ ਜਾਵੇ। ਮਹਾਭਾਰਤ ਦੇ ਵਿੱਚ ਤੁਸੀਂ ਇੱਕ ਕਥਾ ਸਰਵਣ ਕੀਤੀ ਹੋਵੇਗੀ, ਦਰੋਣਾਚਾਰੀਆ ਆਪਣੇ ਚੇਲਿਆਂ ਨੂੰ ਧਨੁਸ਼ ਵਿੱਦਿਆ ਦਾ ਅਭਿਆਸ ਕਰਾ ਰਿਹਾ। ਇੱਕ ਕੁੱਤਾ ਭੌਂਕ ਰਿਹਾ ਹੈ, ਅਚਾਨਕ ਕੀ ਵੇਖਦਾ ਹੈ, ਕੁੱਤੇ ਦੇ ਮੂੰਹ 'ਚ ਆ ਕੇ ਇੱਕ ਤੀਰ ਵੱਜਦਾ ਹੈ, 2 ਤੀਰ ਵੱਜਦੇ ਨੇ, 3 ਤੀਰ ਵੱਜਦੇ ਨੇ, 4 ਤੀਰ ਵੱਜਦੇ ਨੇ, ਕੁੱਤੇ ਦਾ ਸਾਰਾ ਮੂੰਹ ਜਿਹੜਾ ਤੀਰਾਂ ਨਾਲ ਭਰ ਜਾਂਦਾ ਹੈ। ਬੜਾ ਹੈਰਾਨ ਹੈ ਦਰੋਣਾਚਾਰੀਆ, ਐਸਾ ਤੀਰ ਅੰਦਾਜ਼, ਐਸਾ ਧਨੁਸ਼ਧਾਰੀ ਕਿਹੜਾ ਹੈ? ਕੁੱਤਾ ਭੌਂਕ ਰਿਹਾ ਸੀ, ਜੰਗਲ 'ਚੋਂ ਆ ਕੇ ਤੀਰ ਵੱਜ ਰਹੇ ਨੇ, ਸ਼ਬਦ ਭੇਦੀ ਬਾਣ। ਉਹ ਤੀਰ ਕਿਸ ਨੇ ਚਲਾਏ? ਜੰਗਲ 'ਚ ਜਾ ਕੇ ਵੇਖਿਆ ਗਿਆ, ਇੱਕ ਨੌਜਵਾਨ ਉਹ ਤੀਰ ਚਲਾ ਰਿਹਾ, ਨਾਮ ਹੈ ਏਕਲਵਿਆ, ਜਾਤੀ ਦਲਿਤ ਹੈ। ਦਰੋਣਾਚਾਰੀਆ ਕਹਿੰਦਾ ਤੂੰ ਇੰਨੀ ਵਧੀਆ ਤੀਰ ਅੰਦਾਜ਼ੀ ਕਿੱਥੋਂ ਸਿੱਖੀ ਹੈ? ਕਹਿੰਦਾ ਗੁਰਦੇਵ ਤੁਹਾਡੇ ਕੋਲ। ਕਹਿੰਦਾ ਤੇਰੀ ਜਾਤੀ ਕਿਹੜੀ? ਉਸਨੇ ਕਿਹਾ ਭੀਲ। ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਭੀਲ, ਇੱਕ ਦਲਿਤ ਜਾਤੀ, ਇੱਕ ਅਛੂਤ, ਉਹਨੂੰ ਆਪਣਾ ਬ੍ਰਾਹਮਣ ਜਿਹੜਾ ਛਤਰੀਆਂ ਦਾ ਗੁਰੂ ਹੈ, ਉਹ ਧਨੁਸ਼ ਵਿੱਦਿਆ ਸਿਖਾ ਦੇਵੇ? ਤੂੰ ਮੈਨੂੰ ਗੁਰੂ ਕਿਵੇਂ ਧਾਰਨ ਕਰ ਲਿਆ? ਕਹਿੰਦਾ ਗੁਰਦੇਵ ਮੈਂ ਰੋਜ਼ ਤੁਹਾਨੂੰ ਧਨੁਸ਼ ਵਿੱਦਿਆ ਸਿਖਾਉਂਦੇ ਵੇਖਦਾ ਸੀ, ਮੈਂ ਆਪਣੇ ਮਨ ਕਰਕੇ ਤੁਹਾਨੂੰ ਗੁਰੂ ਧਾਰਨ ਕਰ ਲਿਆ। ਬੜਾ ਹੈਰਾਨ ਹੋਇਆ ਦਰੋਣਾਚਾਰੀਆ ਕਿ ਜੇਕਰ ਕੇਵਲ ਤੇ ਕੇਵਲ ਮਾਨਸਿਕਤਾ ਦੇ ਵਿੱਚ ਮੇਰਾ ਤਸੱਵਰ ਕਰਕੇ ਇਹ ਇੰਨਾ ਚੰਗਾ ਧਨੁਸ਼ਧਾਰੀ ਔਰ ਤੀਰ ਅੰਦਾਜ਼ ਹੋ ਗਿਆ, ਕੱਲ ਨੂੰ ਇਹਦੇ ਸਾਹਮਣੇ ਕੋਈ ਯੋਧਾ ਟਿਕ ਨਹੀਂ ਸਕੇਗਾ। ਰਾਜ ਦਰਬਾਰ ਦੇ ਵਿੱਚ ਕੀ ਇੱਜ਼ਤ ਰਹਿ ਜਾਵੇਗੀ ਕਿ ਮੇਰੀ ਜਿਨ੍ਹਾਂ ਬੱਚਿਆਂ ਨੂੰ ਜਨਮ ਤੋਂ ਲੈ ਕੇ ਜਵਾਨੀ ਤੱਕ ਮੈਂ ਧਨੁਸ਼ ਵਿੱਦਿਆ ਸਿਖਾਈ, ਉਹਨਾਂ ਤੋਂ ਵਧੀਆ ਯੋਧਾ ਇਹ ਨਿਕਲਿਆ ਜਿਹੜਾ ਇੱਕ ਦਲਿਤ ਜਾਤੀ ਦੇ ਵਿੱਚੋਂ ਹੈ। ਬ੍ਰਾਹਮਣ ਹਮੇਸ਼ਾ ਸ਼ਰਾਰਤੀ ਹੁੰਦਾ ਹੈ। ਕਹਿੰਦਾ ਏਕਲਵਿਆ ਕੀ ਸੱਚਮੁੱਚ ਮੈਨੂੰ ਆਪਣਾ ਗੁਰੂ ਮੰਨਦਾ ਹੈ? ਕਹਿੰਦਾ ਹਾਂ। ਕਹਿੰਦਾ ਤੈਨੂੰ ਪਤਾ ਹੈ ਕਿ ਗੁਰੂ ਧਾਰਨ ਤੋਂ ਪਹਿਲਾਂ ਗੁਰੂ ਦਕਸ਼ਨਾ ਦੇਣੀ ਪੈਂਦੀ ਹੈ? ਕਹਿੰਦਾ ਹਾਂ। ਕਹਿੰਦਾ ਮੈਂ ਜੋ ਗੁਰੂ ਦਕਸ਼ਨਾ ਮੰਗਾ ਦੇਣ ਵਾਸਤੇ ਤਿਆਰ ਹੈ? ਕਹਿੰਦਾ ਹਾਂ ਗੁਰਦੇਵ, ਤੁਸੀਂ ਹੁਕਮ ਤੇ ਕਰੋ, ਮੈਂ ਹਰ ਗੁਰੂ ਦਕਸ਼ਨਾ ਦੇਣ ਵਾਸਤੇ ਤਿਆਰ ਹਾਂ। ਕਹਿੰਦਾ ਫਿਰ ਆਪਣਾ ਸੱਜੇ ਹੱਥ ਦਾ ਅੰਗੂਠਾ ਦੇ ਦੇ। ਏਕਲਵਿਆ ਦਾ ਸੱਜੇ ਹੱਥ ਦਾ ਅੰਗੂਠਾ ਲਿਆ ਗਿਆ ਤਾਂ ਕਿ ਉਹ ਸਾਰੀ ਉਮਰ ਤੀਰ ਅੰਦਾਜ਼ੀ ਨਾ ਕਰ ਸਕੇ। ਸ਼ਰਾਰਤ ਸੀ ਬ੍ਰਾਹਮਣ ਦੀ, ਕਿਉਂ? ਸ਼ਬਦ ਭੇਦੀ ਬਾਣ ਨੂੰ ਚਲਾਉਣਾ ਜਾਣਦਾ ਸੀ। ਹੁਣ ਇਹੀ ਗੱਲ ਚਾਂਦ ਭੱਟ ਸ਼ਹਾਬੂਦੀਨ ਗੌਰੀ ਨੂੰ ਕਹਿੰਦਾ ਕਿ ਪ੍ਰਿਥਵੀ ਰਾਜ ਚੌਹਾਨ ਸ਼ਬਦ ਭੇਦੀ ਬਾਣ ਚਲਾਉਣੇ ਜਾਣਦਾ ਹੈ, ਕਿਉਂ ਨਾ ਇਸ ਦੇ ਵੇਖਿਆ ਜਾਵੇ ਨਜ਼ਾਰੇ ਨੂੰ, ਇਸ ਦੇ ਕਰਤੱਵ ਨੂੰ, ਤੇ ਨਾਲ ਆਪਣੇ ਫੌਜੀਆਂ ਨੂੰ ਵਿੱਦਿਆ ਸਿਖਾ ਦਿੱਤੀ ਜਾਵੇ ਕਿ ਸ਼ਬਦ ਭੇਦੀ ਬਾਣ ਕਿਵੇਂ ਚਲਾਏ ਜਾਂਦੇ ਨੇ। ਪ੍ਰਿਥਵੀ ਰਾਜ ਚੌਹਾਨ ਦੀਆਂ ਅੱਖਾਂ ਖੋਲ੍ਹੀਆਂ ਗਈਆਂ। ਖਾਣ ਪੀਣ ਵਾਸਤੇ ਕੁਝ ਦਿਨ ਦਿੱਤਾ ਗਿਆ। ਇੱਕ ਚੌਂਕ ਦੇ ਵਿੱਚ ਖੜਾ ਕਰਕੇ 7 ਤਵੇ ਬੰਨ੍ਹ ਦਿੱਤੇ ਗਏ, ਲੋਹੇ ਦੇ 7 ਤਵੇ ਬੰਨ੍ਹ ਦਿੱਤੇ ਗਏ। ਗੱਲ ਇਹ ਸੀ ਕਿ ਇੱਕ ਬੰਦਾ ਲੋਹੇ ਤੇ ਪੱਥਰ ਮਾਰੇਗਾ ਤਵੇ ਦੇ ਉੱਪਰ, ਤੇ ਜਿਸ ਤਵੇ ਦੇ ਉੱਪਰ ਪੱਥਰ ਵੱਜੇਗਾ, ਅੱਖਾਂ ਬੰਨੀਆਂ ਦੇ ਨਾਲ ਪ੍ਰਿਥਵੀ ਰਾਜ ਚੌਹਾਨ ਉੱਥੇ ਤੀਰ ਮਾਰੇਗਾ। ਕੋਲ ਚਾਂਦ ਭੱਟ ਖੜਾ ਸੀ। ਚਾਂਦ ਭੱਟ ਆਪਣੀ ਬੋਲੀ 'ਚ ਉਸਨੂੰ ਸਮਝਾਉਂਦਾ ਹੈ, ਕਹਿੰਦਾ ਕਿ ਭੱਟ ਅੱਖਰੀ ਦੇ 'ਚ ਉਸ ਬੋਲੀ ਨੂੰ ਭੱਟ ਅਕਸ਼ਰੀ ਕਿਹਾ ਜਾਂਦਾ, ਪੰਜਾਬੀ 'ਚ ਭੱਟ ਅੱਖਰੀ ਕਹਿੰਦੇ ਆ। ਕਹਿੰਦਾ ਰਾਜਨ, ਜਿਸ ਵੇਲੇ ਤਵੇ ਦੇ ਉੱਪਰ ਇੱਟਾ ਵੱਜੇਗਾ, ਆਵਾਜ਼ ਆਵੇਗੀ, ਤੇਰਾ ਤੀਰ ਉਸ ਜਗ੍ਹਾ ਤੇ ਵੱਜੇਗਾ। ਕੁਦਰਤ ਨੇ ਕਿ ਇਸ ਕਰਤੱਵ ਨੂੰ ਵੇਖ ਕੇ ਸ਼ਹਾਬੂਦੀਨ ਗੌਰੀ ਆਪਣੀ ਜ਼ੁਬਾਨ 'ਚੋਂ ਵਾਹ ਸ਼ਬਦ ਕੱਢੇਗਾ। ਜਦੋਂ ਦੀ ਜ਼ੁਬਾਨ 'ਚੋਂ ਵਾਹ ਸ਼ਬਦ ਆਵੇਗਾ, ਮੈਂ ਤੈਨੂੰ ਆਪਣੇ ਦੋਹੇ ਦੇ ਵਿੱਚ ਉਸ ਦੀ ਉਚਾਈ ਦੱਸ ਦੇਵਾਂਗਾ ਕਿ ਕਿੰਨੇ ਉੱਚੇ ਚਬੂਤਰੇ ਤੇ ਬੈਠਾ ਹੈ, ਬਾਕੀ ਕੰਮ ਤੇਰਾ ਹੈ। ਪੱਥਰ ਮਾਰਿਆ ਗਿਆ, ਆਵਾਜ਼ ਆਈ, ਸ਼ਹਾਬੂਦੀਨ ਗੌਰੀ ਦੇ ਮੂੰਹ 'ਚੋਂ ਨਿਕਲਿਆ ਵਾਹ ਕਿਆ ਤੀਰ ਅੰਦਾਜ਼ੀ ਹੈ। ਕੋਲ ਚਾਂਦ ਭੱਟ ਖੜਾ ਸੀ, ਉਸਨੇ ਕਿਹਾ ਅਸ਼ਟ ਉਂਗਲ 4 ਸਿੱਧ
26 ਉਂਗਲ ਪ੍ਰਵਾਨ ਇੱਤੇ ਪਰ ਸੁਲਤਾਨ ਹੈ ਮਤ ਚੁੱਕੋ ਚੌਹਾਨ। ਕਹਿੰਦਾ 8 ਹੱਥ ਤੇ 24 ਉਂਗਲ ਉਚਾਈ ਦੇ ਉੱਪਰ ਬੈਠਾ ਹੋਇਆ ਸ਼ਹਾਬੁਦੀਨ ਗੌਰੀ, ਹੁਣ ਵੇਖੀ ਕਿਤੇ ਨਿਸ਼ਾਨਾ ਚੁੱਕਿਆ ਨਾ ਜਾਵੇ। ਉਸਨੇ ਤੀਰ ਚਲਾਇਆ, ਸ਼ਹਾਬੁਦੀਨ ਗੌਰੀ ਦੀ ਗਰਦਨ ਦੇ ਵਿੱਚੋਂ ਲੰਘਿਆ, ਜ਼ਮੀਨ ਤੇ ਡਿੱਗ ਪਿਆ। ਸ਼ਬਦ ਪੇਦੀ ਬਾਣ, ਇਹ ਚਾਂਦ ਪੱਟ ਕਰਕੇ ਹੋਇਆ। ਚਾਂਦ ਪੱਟ ਔਰ ਪ੍ਰਿਥਵੀ ਰਾਜ ਚੌਹਾਨ ਨੂੰ ਦੋਵਾਂ ਦੇ ਸਿਰ ਕਲਮ ਕਰ ਦਿੱਤੇ ਗਏ। ਸਿੱਖ ਇਤਿਹਾਸ ਦੇ ਵਿੱਚ ਨਹੀਂ, ਪਰ ਭਾਰਤੀ ਇਤਿਹਾਸ ਪਰੰਪਰਾ ਦੇ ਵਿੱਚ ਭੱਟ ਦੀ ਪਹਿਲੀ ਕੁਰਬਾਨੀ ਸੀ। ਉਸ ਤੋਂ ਬਾਅਦ ਬੜਾ ਤਗੜਾ ਰਚੇਤਾ ਹੋਇਆ ਕਦੰਬਰੀ ਗ੍ਰੰਥ ਦਾ ਰਚਨਾ ਬਾਣ ਭੱਟ। ਤੀਸਰੇ ਭੱਟ ਦਾ ਜ਼ਿਕਰ ਕੀਤਾ ਹੈ, ਇਹ ਸਾਰੇ ਗੁਰੂ ਕਾਲ ਤੋਂ ਪਹਿਲਾਂ ਦੀਆਂ ਗੱਲਾਂ ਨੇ, ਜੰਗ ਸਿੱਖ ਧਰਮ ਦੇ ਨਾਲ ਕੋਈ ਸੰਬੰਧ ਨਹੀਂ। ਤੀਸਰੇ ਭੱਟ ਦਾ ਜ਼ਿਕਰ ਕੀਤਾ ਗਿਆਨੀ ਗਿਆਨ ਸਿੰਘ ਹੁਣਾਂ ਨੇ ਤਵਾਰੀਖ ਗੁਰੂ ਖਾਲਸਾ ਔਰ ਪੰਥ ਪ੍ਰਕਾਸ਼ ਦੇ ਵਿੱਚ ਗੰਗ ਭੱਟ। ਜਿਸ ਵੇਲੇ ਸਿੱਖਾਂ ਨੇ ਸਰਹੰਦ ਨੂੰ ਫਤਿਹ ਕੀਤਾ, ਦਿੱਲੀ ਇਹਨਾਂ ਦੇ ਡਰ ਤੋਂ ਕੰਬ ਰਹੀ ਸੀ, ਉਸ ਵੇਲੇ ਇੱਕ ਗਾਜ਼ੀਉਦੀਨ ਨਾਂ ਦੇ ਮੁਸਲਮਾਨ ਨੇ ਥੋੜ੍ਹੇ ਜਿਹੇ ਇਲਾਕੇ ਤੇ ਕਬਜ਼ਾ ਕਰਕੇ ਆਪਣੇ ਰਾਜ ਦਾ ਐਲਾਨ ਕਰ ਦਿੱਤਾ। ਰਾਜਿਆਂ ਨੂੰ ਸ਼ੌਕ ਹੁੰਦਾ, ਆਪਣੀ ਉਸਤਤ ਸੁਣਨ ਦੇ ਆਦੀ ਹੁੰਦੇ ਨੇ। ਉਸਨੇ ਵੀ ਆਪਣੇ ਦਰਬਾਰ 'ਚ ਭੱਟਾਂ ਨੂੰ ਬੁਲਾਇਆ। ਭੱਟਾਂ ਨੂੰ ਬੁਲਾ ਕੇ ਕਹਿੰਦਾ ਕਿ ਮੇਰੀ ਉਸਤਤ ਦੇ ਵਿੱਚ ਕੁਝ ਬੋਲੋ। ਇੱਕ ਭੱਟ ਆਇਆ, ਉਸਨੇ ਬੋਲਣ ਤੋਂ ਇਨਕਾਰ ਕਰ ਦਿੱਤਾ। ਕਹਿੰਦਾ ਨਹੀਂ, ਤੂੰ ਜੇ ਪੂਰੀ ਤਰ੍ਹਾਂ ਦੇ ਨਾਲ ਤੇਰੇ ਰਾਜ ਦਾ ਖੁਤਬਾ ਨਹੀਂ ਪੜ੍ਹਿਆ ਗਿਆ, ਅਸੀਂ ਉਹ ਭੱਟ ਨਹੀਂ ਹੈ ਕਿ ਪੈਸੇ ਲੈ ਕੇ ਤੇਰੀ ਉਸਤਤ ਕਰ ਦੇਵਾਂਗੇ, ਨਹੀਂ ਬੋਲਾਂਗੇ ਤੇਰੀ ਸਿਫਤ ਦੇ ਵਿੱਚ ਕੁਝ ਵੀ। ਉਸ ਨੂੰ ਕਤਲ ਕੀਤਾ, ਦੂਸਰੇ ਨੂੰ ਕਤਲ ਕੀਤਾ, ਤੀਜੇ ਨੂੰ ਕਤਲ ਕੀਤਾ, ਚੌਥੇ ਨੂੰ ਕਤਲ ਕੀਤਾ। 17 ਭੱਟ ਉਸਨੇ ਕਤਲ ਕਰ ਦਿੱਤੇ। 18ਵੇਂ ਦਿਨ 17 ਲਾਸ਼ਾਂ ਜ਼ਮੀਨ ਦੇ ਉੱਪਰ, ਔਰ 18ਵੇਂ ਦਿਨ ਸੱਤਿਆ ਗੰਗਾ ਭੱਟ ਨੂੰ। ਉਸਨੇ ਸੋਚਿਆ ਕਿ ਇਹਨਾਂ ਲਾਸ਼ਾਂ ਨੂੰ ਵੇਖ ਕੇ, ਟੰਗੇ ਹੋਏ ਸਿਰਾਂ ਨੂੰ ਵੇਖ ਕੇ ਭੱਟ ਡਰ ਜਾਵੇਗਾ ਤੇ ਡਰਿਆ ਹੋਇਆ ਮੇਰੀ ਉਸਤਤ ਦੇ ਵਿੱਚ ਕੁਝ ਸ਼ਬਦ ਜ਼ਰੂਰ ਕਵੇਗਾ। ਗੰਗ ਭੱਟ ਕਹਿੰਦਾ, ਰਾਜਨ ਇਹ ਤੂੰ ਕਿਵੇਂ ਸੋਚ ਲਿਆ? ਅਸੀਂ ਭੱਟ ਹਾਂ, ਅਸੀਂ ਉਸਤਤ ਕਰਦੇ ਹਾਂ, ਪਰ ਕਿਸੇ ਤੋਂ ਡਰ ਕੇ ਨਹੀਂ ਕਰਦੇ, ਕਿਸੇ ਦੇ ਭੈ ਦੇ ਅਧੀਨ ਨਹੀਂ ਕਰਦੇ। ਜਜਮਾਨ ਸਾਨੂੰ ਪੈਸੇ ਦਿੰਦੇ ਨੇ, ਸਾਨੂੰ ਮਾਇਆ ਦਿੰਦੇ ਨੇ, ਪਰ ਅਸੀਂ ਉਸਤਤ ਵਿਕਾਊ ਹੋ ਕੇ ਨਹੀਂ ਕਰਦੇ। 2 ਸ਼ਬਦ ਵਰਤੇ ਨੇ ਗਿਆਨੀ ਗਿਆਨ ਸਿੰਘ ਹੁਣਾਂ ਨੇ, ਮੇਰੀਆਂ ਭੈਣਾਂ ਬੈਠੀਆਂ, ਮੈਂ ਸਾਂਝੇ ਨਹੀਂ ਕਰ ਸਕਦਾ। ਪਹਿਲੀ ਲਾਈਨ ਹੈ ਬਨਰੇ ਤੇ ਬਨਰੀ ਪਈ। ਉਸਨੇ ਕਿਹਾ ਕਿ ਤੇਰੇ ਤੇ ਅਜੇ ਮਰਦਾਂ ਵਾਲੇ ਗੁਣ ਹੀ ਹੈ ਨਹੀਂ। ਅਗਲੀ ਲਾਈਨ ਮੈਂ ਸਾਂਝੀ ਨਹੀਂ ਕਰ ਸਕਦਾ। ਤੇ ਗਾਜ਼ੀਉਦੀਨ ਨੇ ਕਿਹਾ ਕਿ ਇਸ ਗੰਗ ਭੱਟ ਨੂੰ ਹਾਥੀਆਂ ਦੇ ਥੱਲੇ ਮਰਵਾ ਦਿੱਤਾ ਜਾਵੇ। ਜਦੋਂ ਹਾਥੀ ਪੈਰ ਰੱਖਣ ਲੱਗਾ, ਉਹਦੀ ਛਾਤੀ ਦੇ ਉੱਪਰ ਮਾਰਨ ਲੱਗਾ। ਪਹਿਲੀ ਲਾਈਨ ਮੈਂ ਫਿਰ ਸਾਂਝੀ ਨਹੀਂ ਕਰ ਸਕਦਾ। ਦੂਜੀ ਲਾਈਨ ਹੈ ਸਗਲ ਸਭਾ ਕੋ ਰਾਮ ਰਾਮ ਵਿਦਾ ਹੋਤ ਹੈ ਗੰਗ। ਕਹਿੰਦਾ ਸਾਰਿਆਂ ਨੂੰ ਰਾਮ ਰਾਮ ਕਹਿ ਕੇ ਮੈਂ ਆਖਰੀ ਫਤਿਹ ਬੁਲਾ ਕੇ ਇਸ ਦੁਨੀਆ ਤੋਂ ਜਾ ਰਿਹਾ। ਉਸ ਤੋਂ ਬਾਅਦ 2 ਭੱਟ ਸ਼ਹੀਦ ਹੋਏ ਨੇ, ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਇੱਕ ਅਸੀਂ ਪੜ੍ਹਦੇ ਹਾਂ, ਫੁਨ ਬੇਦ ਬਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡੋ ਏਕ ਕੜੀ, ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸਭ ਸੰਗਤ ਸਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰਜੋਤ ਅਰਜਨ ਮਾਹੇ ਤਰੀ। ਭੱਟ ਮਥਰਾ ਜੀ, ਪਿਤਾ ਦਾ ਨਾਮ ਭਿੱਖਾ, ਦਾਦੇ ਦਾ ਨਾਮ ਰਈਆ, ਪੜਦਾਦੇ ਦਾ ਨਾਮ ਨਰਸੀ ਤੇ ਪੜਦਾਦੇ ਦੇ ਪਿਤਾ ਦਾ ਨਾਮ ਭਗੀਰਥ। ਰਹਿਣ ਵਾਲੇ ਮਹਿਮਾ ਪ੍ਰਕਾਸ਼ ਦੇ ਵਿੱਚ ਸਰੂਪਦਾਸ ਭੱਲਾ ਲਿਖਦੇ ਨੇ, ਕਹਿੰਦੇ ਨੇ ਭਿੱਖਾ ਭੱਟ ਸੁਲਤਾਨਪੁਰ ਵਾਸੀ, ਦਰ ਦਰ ਫਿਰ ਰਹਿਓ ਜਗਿਆਸੀ। ਭੱਟ ਸਾਹਿਬਾਨ ਖੁਦ ਮੰਨਦੇ ਨੇ ਕਿ ਗੁਰੂ ਘਰ ਦੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਦਰ ਦਰ ਘੁੰਮਦੇ ਰਹੇ ਹਾਂ। ਰਹਿਓ ਜਗਤ ਹੋ ਟੋਲ ਸਾਧ ਬਹੁ ਤੇਰੇ ਡਿਠੇ, ਬਹੁਤ ਘੁੰਮੇ ਅਸੀਂ। ਤੀਸਰੇ ਪਾਤਸ਼ਾਹ ਦੀ ਸਮੇਂ ਭੀਖਾ ਭਗਤ ਜੀ ਗੁਰੂ ਦੀ ਸ਼ਰਨ ਚ ਆਏ। ਅੱਗੋਂ ਉਹਨਾਂ ਦੇ ਪੁੱਤਰ ਜਿਹੜੇ ਨੇ ਉਹ 6ਵੇਂ ਪਾਤਸ਼ਾਹ ਦੇ ਸਮੇਂ ਨੇ। ਪੰਚਮ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਾਖਲ ਕੀਤੀ ਹੈ। 1621 ਦੇ ਵਿੱਚ ਰਹੀਲੇ ਦਾ ਇਲਾਕਾ, ਜਿਸ ਨੂੰ ਅੱਜ ਸ੍ਰੀ ਹਰਗੋਬਿੰਦ ਸਾਹਿਬ ਕਿਹਾ ਜਾਂਦਾ, ਹਰਗੋਬਿੰਦਪੁਰ, ਗੁਰਦੇਵ ਪਾਤਸ਼ਾਹ ਤੇ ਪਰ ਹਮਲਾ ਕਰ ਦਿੱਤਾ। ਭਗਵਾਨ ਦਾਸ ਘੇਰੜ ਨੇ, ਚੰਦੂ ਦੇ ਬੇਟੇ ਕਰਮਚੰਦ ਨੇ, ਬੈਰਮ ਖਾਨ ਨੇ ਔਰ ਇਮਾਮਦੀਨ ਨੇ 6ਵੇਂ ਪਾਤਸ਼ਾਹ ਦੇ ਉੱਪਰ ਹਮਲਾ ਕਰ ਦਿੱਤਾ। ਮੈਦਾਨੇ ਜੰਗ ਭਖਿਆ ਹੋਇਆ ਹੈ, ਤਲਵਾਰ ਤੇ ਤਲਵਾਰ ਵੱਜ ਰਹੀ ਹੈ, ਸਿੱਖ ਵੀ ਸ਼ਹੀਦ ਹੋ ਰਹੇ ਨੇ, ਦੁਸ਼ਮਣ ਦੇ ਸਿਪਾਹੀ ਵੀ ਮੈਦਾਨੇ ਜੰਗ ਦੇ ਵਿੱਚ ਮਰ ਮਰ ਕੇ ਡਿੱਗ ਰਹੇ ਨੇ। ਉਸ ਸਮੇਂ ਗੁਰੂ ਘਰ ਦੇ ਇਸ ਉਸਤਤ ਗਾਉਣ ਵਾਲੇ ਭੱਟ ਭਾਈ ਮਥਰਾ ਨੇ ਇੰਨੀ ਬਹਾਦਰੀ ਦੇ ਜੌਹਰ ਵਿਖਾਏ। ਇਸ ਦੇ ਹੱਥੋਂ ਬੈਰਮ ਖਾਨ ਮਾਰਿਆ ਗਿਆ, ਇਸ ਦੇ ਹੱਥੋਂ ਇਮਾਮਦੀਨ ਮਾਰਿਆ ਗਿਆ। ਅਖੀਰ ਕਈਆਂ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਭੱਟ ਮਥਰਾ, ਜਿਸ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਭੰਨ ਮਥਰਾ ਕਿਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਇਹ ਭੱਟ ਮਥਰਾ 1621 ਦੇ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਵਿਖੇ ਸ਼ਹਾਦਤ ਪ੍ਰਾਪਤ ਕਰ ਗਿਆ, ਜਿਸ ਦਾ ਜ਼ਿਕਰ ਭੱਟਵਈ ਮੁਲਤਾਨੀ ਸਿੰਧੀ 'ਚ ਮਿਲਦਾ ਹੈ। ਉਸ ਤੋਂ ਬਾਅਦ ਦੂਸਰੇ ਭੱਟ ਨੇ। ਉਹਨਾਂ ਭੱਟ ਸਾਹਿਬਾਨ ਦਾ ਜਿਹੜਾ ਉਚਾਰਿਆ ਹੋਇਆ ਸਵਈਆ ਤਕਰੀਬਨ ਹਰ ਗੁਰੂ ਘਰ 'ਚ ਰੋਜ਼ ਪੜ੍ਹਿਆ ਜਾਂਦਾ ਹੈ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਕਹਿ ਕੇ ਗਏ ਨੇ ਨਾ ਕਿ 3 ਲੱਖ ਦੇ ਕਰੀਬ ਗੁਰਦੁਆਰੇ ਹੋਣ ਤੇ ਇੰਨੀ ਵਾਰੀ ਅਰਦਾਸ ਹੁੰਦੀ ਹੈ। ਤੇ ਮੈਂ ਸੋਚਦਾ ਕਿ ਜੇ 1 ਲੱਖ ਗੁਰਦੁਆਰਾ ਤੇ ਇੱਕ ਵਾਰੀ ਉਹ
ਉਹਨਾਂ ਦਾ ਸੋਈਆ ਜ਼ਰੂਰ ਪੜ੍ਹਿਆ ਜਾਂਦਾ ਹੈ। ਉਸ 'ਚ ਗੁਰਦੇਵ ਪਾਤਸ਼ਾਹ ਦੀ ਉਸਤਤ ਕਰਦੇ ਹੋਏ ਭੱਟ ਕੀਰਤ ਜੀ ਜ਼ਿਕਰ ਕਰਦੇ ਨੇ, ਅਸੀਂ ਰੋਜ਼ ਪੜ੍ਹਦੇ ਹਾਂ। ਮਾਇਆ ਮੋਹ ਪਰਮ ਪੈ ਭੂਲੇ, ਸੋਧਾ ਰਾਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭੱਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਇਹ ਜਿਹੜਾ ਭੱਟ ਕੀਰਤ ਹੈ, ਇਹ ਭੱਟ ਮਥਰਾ ਦਾ ਭਰਾ, ਭਿੱਖਾ ਦਾ ਬੇਟਾ ਔਰ ਨਰਸੀ ਦਾ ਪੜਪੋਤਰਾ ਸੀ, ਭਗੀਰਥ ਦੇ ਵੰਸ਼ ਦੇ ਵਿੱਚੋਂ ਸੀ। 1634 ਦੀ ਜੰਗ ਦੀ ਗੱਲ ਕਰਕੇ ਗਏ ਨੇ। 1636 ਦੀ ਆਖਰੀ ਜੰਗ ਸੀ। 1634 ਦੀ ਗੱਲ ਜਿਹੜੀ ਹੈ ਉਹ ਅੰਮ੍ਰਿਤਸਰ ਜੰਗ ਹੋਈ ਹੈ। ਮੁਰਤਜ਼ਾ ਖਾਨ ਨੇ ਹਮਲਾ ਕਰ ਦਿੱਤਾ। ਲਾਹੌਰ ਦੇ ਮੁਰਤਜ਼ਾ ਖਾਨ ਦੋ ਹੋਏ ਨੇ। ਇੱਕ ਮੁਰਤਜ਼ਾ ਖਾਨ ਉਹ ਹੋਇਆ ਜਿਸ ਦਾ ਪਹਿਲਾ ਨਾਮ ਸ਼ੇਖ ਫਰੀਦ ਬੁਖਾਰੀ ਸੀ, ਜਿਸ ਨੂੰ ਜਹਾਂਗੀਰ ਨੇ ਮੁਰਤਜ਼ਾ ਖਾਨ ਦਾ ਅਹੁਦਾ ਦਿੱਤਾ ਸੀ। ਉਸ ਨੂੰ ਕੇਵਲ ਮਨਸਬਦਾਰ ਬਣਾਇਆ, ਉਸ ਨੂੰ ਤਖੱਲਸ ਦਿੱਤਾ। ਇਹ ਮੁਰਤਜ਼ਾ ਖਾਨ ਇੱਕ ਛੋਟਾ ਫੌਜਦਾਰ ਸੀ ਜਿਸ ਨੇ ਬੀਬੀ ਵੀਰੋ ਦੇ ਵਿਆਹ ਸਮੇਂ ਅੰਮ੍ਰਿਤਸਰ ਹਮਲਾ ਕਰ ਦਿੱਤਾ, ਜਿੱਥੇ ਜੀ ਖਾਲਸਾ ਕਾਲਜ ਉਸ ਸਥਾਨ ਦੇ ਨੇੜੇ ਜੰਗ ਹੋਈ। ਉਸ ਜੰਗ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਗੁਰੂ ਸਾਹਿਬ ਦੇ ਉੱਪਰ ਹਮਲਾਵਰ ਹੋ ਕੇ ਆਉਣ ਵਾਲਾ ਮੁਰਤਜ਼ਾ ਖਾਨ ਜਿਹੜਾ ਸੀ, ਇਸੇ ਭੱਟ ਕੀਰਤ ਦੇ ਹੱਥੋਂ ਮਾਰਿਆ ਗਿਆ। ਉਸੇ ਜੰਗ ਦੇ ਵਿੱਚ ਜੂਝਦੇ ਹੋਏ ਭੱਟ ਕੀਰਤ ਸ਼ਹੀਦ ਹੋ ਗਏ। ਸੋ ਭੱਟ ਕੀਰਤ ਔਰ ਭੱਟ ਮਥਰਾ, ਇਹ ਦੋ ਭੱਟ ਨੇ ਜਿਹੜੇ ਮੈਦਾਨੇ ਜੰਗ 'ਚ ਜੂਝਦੇ ਹੋਏ ਸ਼ਹੀਦ ਹੋਏ ਨੇ, ਜਿਨ੍ਹਾਂ ਦੀ ਬਾਣੀ ਪਾਵਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਜਿਨ੍ਹਾਂ ਦੋਹਾਂ ਦਾ ਜ਼ਿਕਰ ਪਟਵਈ ਮਲਤਾਨੀ ਸਿੰਧੀ 'ਚ ਮਿਲਦਾ ਹੈ, ਗਿਆਨੀ ਗਰਜਾ ਸਿੰਘ ਨੇ ਆਪਣੀ ਕਿਤਾਬ 'ਚ ਕੀਤਾ ਹੈ, ਸਰੂਪ ਸਿੰਘ ਕੌਸ਼ਿਸ਼ ਨੇ ਕੀਤਾ ਹੈ, ਪਿਆਰਾ ਸਿੰਘ ਪਦਮ ਨੇ ਕੀਤਾ ਹੈ ਔਰ ਡਾਕਟਰ ਬਿਕਰਮ ਸਿੰਘ ਨੇ ਕੀਤਾ। ਇਹ ਤੁਹਾਨੂੰ ਅਨੇਕਾਂ ਭੱਟਵਈਆਂ ਦੇ ਸਬੂਤ ਜਿਹੜੇ ਨੇ ਉਹ ਮਿਲ ਜਾਣਗੇ। ਹੁਣ ਗੱਲ ਚੱਲੀ ਸੀ ਇਹ ਭੱਟ ਸਾਹਿਬਾਨ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਇਬਾਦਤ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਤੈਅ ਕਰਦੇ ਨੇ, ਇਬਾਦਤ 'ਚ ਆਉਂਦੇ ਨੇ, ਸ਼ਹੀਦ ਹੋ ਕੇ ਜਾਂਦੇ ਨੇ। ਇਹ ਇਬਾਦਤ ਦਾ ਸ਼ਹਾਦਤ ਦਾ ਸਫ਼ਰ ਜਿਹੜਾ ਹੈ ਕਿਸ ਤਰ੍ਹਾਂ ਪੂਰਾ ਹੁੰਦਾ ਹੈ? ਇੱਕ ਬਾਣੀ ਦੇ ਨਾਲ, ਇੱਕ ਸ਼ਬਦ ਦੇ ਨਾਲ ਔਰ ਇੱਕ ਵਿਚਾਰ ਦੇ ਨਾਲ। ਇਸ ਨੂੰ ਸਮਝਣਾ ਪਵੇਗਾ ਕਿ ਭੱਟ ਸਾਹਿਬਾਨ ਜੋਤ ਔਰ ਜੁਗਤ ਨੂੰ ਕਿਵੇਂ ਸਾਡੇ ਸਾਹਮਣੇ ਖੋਲ੍ਹਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਇੱਕ ਬੜਾ ਪਿਆਰਾ ਸ਼ਬਦ ਵਰਤਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜੇਕਰ ਵਾਰ ਦੀ ਕਵਿਤਾ ਦਾ ਕਾਵਿਕ ਸਰੂਪ ਵੇਖਿਆ ਜਾਵੇ, ਇੱਥੇ ਜਨਮਿਆ ਸ਼ਬਦ ਵੀ ਵਰਤਿਆ ਜਾ ਸਕਦਾ ਹੈ। ਸਤਿਗੁਰ ਨਾਨਕ ਜਨਮਿਆ, ਪਰ ਨਹੀਂ ਵਰਤਿਆ ਜਾ ਸਕਦਾ। ਜਿੱਥੇ ਸਰੀਰ ਕਰਕੇ ਜਨਮ ਦੀ ਗੱਲ ਹੈ, ਗੁਰਦੇਵ ਪਾਤਸ਼ਾਹ ਦੇ ਬਾਰੇ ਭੱਟ ਸਾਹਿਬਾਨ ਕਹਿਣਗੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਪਰ ਜਿੱਥੇ ਜੋਤ ਦੀ ਗੱਲ ਹੈ ਉੱਥੇ ਭੱਟ ਸਾਹਿਬਾਨ ਕਹਿਣਗੇ ਆਪ ਨਰਾਇਣ ਕਲਾਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਸਾਹਿਬ ਜੋਤ ਨੇ, ਜੋਤ ਦਾ ਜਨਮ ਨਹੀਂ ਹੋਵੇਗਾ, ਜੋਤ ਪ੍ਰਗਟ ਹੋਵੇਗੀ। ਹੁਣ ਜੇ ਗੁਰੂ ਨਾਨਕ ਸਾਹਿਬ ਜੋਤ ਨੇ ਤੇ ਜੁਗਤ ਕੀ ਹੈ? ਸਰੀਰ। ਜੋਤ ਉਹਾਂ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਸਰੀਰ ਬਦਲ ਰਿਹਾ, ਜੋਤ ਉਹੀ ਹੈ। ਸਰੀਰ ਦੇ ਰਾਹੀਂ ਜੋਤ ਪ੍ਰਵਾਹਿਤ ਹੋ ਰਹੀ ਹੈ, ਸਰੀਰ ਜੁਗਤ ਹੈ। ਸਰੀਰ ਜੁਗਤ ਹੈ, ਉਸ ਦੇ ਵਿੱਚੋਂ ਜਿਹੜਾ ਸ਼ਬਦ ਦਾ ਪ੍ਰਚਾਰ ਹੋ ਰਿਹਾ ਉਹ ਜੋਤ ਹੈ। ਹੋਰ ਇਸ ਨੂੰ ਖੋਲ ਕੇ ਸਮਝਣਾ ਹੋਵੇ ਤੇ ਭਾਈ ਸਾਹਿਬ ਭਾਈ ਗੁਰਦਾਸ ਇੱਕ ਬੜੀ ਪਿਆਰੀ ਗੱਲ ਲਿਖਦੇ ਨੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਲਹਿਣਾ ਜੀਵ ਦੇ ਗੁਰ ਆਈ ਸਿਰ ਛਤਰ ਫਰਾਇਆ। ਦੁਨੀਆ ਦੇ ਧਾਰਮਿਕ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਵਿਲੱਖਣ ਘਟਨਾ, ਥਾਪਿਆ ਲਹਿਣਾ ਜੀਵ ਦੇ। ਆਪਣੇ ਜਿਉਂਦੇ ਜੀ ਗੁਰੂ ਨਾਨਕ ਸਾਹਿਬ ਨੇ ਲਹਿਣਾ ਜੀ ਨੂੰ ਆਪਣੇ ਅੰਗ ਲਗਾ ਕੇ ਅੰਗਦ ਬਣਾ ਦਿੱਤਾ। ਆਪ ਸੰਗਤ 'ਚ ਬੈਠ ਕੇ ਲਹਿਣੇ ਨੂੰ ਗੁਰਤਾ ਗੱਦੀ ਤੇ ਬਿਠਾ ਦਿੱਤਾ। ਸਰੀਰ ਕਰਕੇ ਦੋਵੇਂ ਹਾਜ਼ਰ ਨੇ, ਪਰ ਉਦੋਂ ਸਾਡਾ ਗੁਰੂ ਕੌਣ ਹੈ? ਜਿਸ ਦੇ ਵਿੱਚ ਜੋਤ ਹੈ। ਗੁਰੂ ਨਾਨਕ ਸਾਹਿਬ ਗੁਰੂ ਨਹੀਂ, ਸਰੀਰ ਗੁਰੂ ਨਹੀਂ, ਏਕਾ ਬਾਣੀ, ਇੱਕ ਸ਼ਬਦ, ਇੱਕ ਗੁਰੂ ਦੀ ਵਿਚਾਰ। ਗੁਰੂ ਨਾਨਕ ਸਾਹਿਬ ਗੁਰੂ ਨਹੀਂ ਉਸ ਵੇਲੇ ਗੁਰੂ ਉਹ ਨੇ, ਥਾਪਿਆ ਲਹਿਣਾ ਜੀਵ ਦੇ ਗੁਰ ਆਈ ਸਿਰ ਛਤਰ ਫਰਾਇਆ। ਜਿਸ ਦੇ ਸਿਰ ਦੇ ਉੱਪਰ ਗੁਰਿਆਈ ਦਾ ਛਤਰ ਝੂਲ ਗਿਆ, ਉਦੋਂ ਲਹਿਣੇ ਤੋਂ ਬਣਿਆ ਅੰਗਦ ਜਿਹੜਾ ਗੁਰੂ ਨਾਨਕ ਦੀ ਜੋਤ ਦਾ ਵਾਰਿਸ ਹੈ। ਸਰੀਰ ਬਦਲ ਚੁੱਕਾ ਹੈ, ਪਰ ਸਰੀਰ ਕਰਕੇ ਦੋਵੇਂ ਹਾਜ਼ਰ ਨੇ। ਜੋਤ ਦੇ ਪੁਜਾਰੀ ਹਾਂ ਅਸੀਂ, ਜੋਤ ਦੇ। ਉਸ ਤੋਂ ਅਗਲੀ ਗੱਲ, ਪੰਚਮ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਦਰਜ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ, ਗੁਰੂਆਂ ਦੇ ਵਿੱਚੋਂ ਪਹਿਲੇ ਸ਼ਹੀਦ ਉਹ ਨੇ। ਔਰ ਦੁਨੀਆ ਦੇ ਐਸੇ ਪਹਿਲੇ ਸ਼ਹੀਦ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਕਹਿੰਦੇ ਕਿ ਸ਼ਹੀਦਾਂ ਦੇ ਸਿਰਤਾਜ। ਸ਼ਹੀਦ ਤਾਂ ਪਹਿਲਾਂ ਵੀ ਹੋਏ ਨੇ ਦੁਨੀਆ ਦੇ, ਹਜ਼ਰਤ ਅਲੀ, ਹਜ਼ਰਤ ਹਸਨ ਤੇ ਹੁਸੈਨ, ਮਨਸੂਰ, ਕਿੰਨੇ ਸ਼ਹਾਦਤਾਂ ਹੋਈਆਂ ਨੇ। ਜੀਸਸ ਕ੍ਰਾਈਸਟ, ਬਹੁਤ ਸ਼ਹਾਦਤਾਂ ਹੋਈਆਂ ਨੇ।
पर की हो सकता है कि कोई मनुख अपने अकीदे के वास्ते, अपने धर्म के वास्ते अपना आपा कुर्बान कर दे तो उसकी उम्मत उसको शहीद का दर्जा दे दे? शहीद तो फिर हर कौमीयत के वास्ते बराबर के होंगे ने। ये शब्द क्यों गुरुदेव पातशाह के नाल लगता है कि शहीदों के सरताज, शहीदों का भी कोई राजा हो सकता है, कोई किंग ऑफ मार्टर्स हो सकता है? कोई तो अंतर होगा ना। भाई साहब भाई गुरदास को पूछी अंतर की है, कहते देग च उबालिया जा रहा सी, पर कहते जो चेहरे वाल मैं तक रहा सी ना, रहंदे गुर दरियाओ विच मीन कुलीन हेत निर्वाणी। कहते गुरुदेव पातशाह गर्म पानी च उबाले जा रहे सी, पर मन इन्ना सहज दे विच सी जिस तरह मच्छी पानी दे विच। दर्शन देख पतंग ज्यों भीड़ पई चित अवर ना आनी, ज्योति अंदर जोत समाणी। कहते दर्शन देख पतंग ज्यों, कहते जिस तरह शमा जल रही होवे, परवाना आके अपने आप सड़ जाता है। कहते मैनूं इंज लगा सी कि तत्ती तवी ते बैठे पातशाह ते एक परवाने की तरह आनंद के विच ने आप ही शहादत देने वास्ते आए। अगली गल वो करते हैं, शब्द सुरत लिव मिर्ग ज्यों भीड़ पई चित अवर ना जानी। ये वक्री गल जे समझण दे वास्ते शहीदों के सरताज क्यों है। जदों घंडे हेड़े का राग वजाया जाता है, उस वेले जिस मिर्ग दे विच कस्तूरी हुंदी है, वो अपने आप राग वाल तुरिया हुंदा है। गुरु साहब तो पहलां जिन्हां लोकां नूं शहीदां दे दर्जे दिते जांदे रहे, उन्हां नूं गिरफ्तार करके लिजाया जांदा रहा, जां मैदाने जंग च गिरफ्तार करके शहीद किया जांदा रहा। गुरुदेव पातशाह खुद चल के जा रहे हैं जिवें राग दे वल मिर्ग जा रहा। दर्शन देख पतंग ज्यों ज्योति अंदर जोत समाणी, शब्द सुरत लिव मिर्ग ज्यों भीड़ पई चित अवर ना जानी। अगली गल, देग बंद है, विच उबालिया जा रहा है, चरण कमल मिल भंवर जो सुख संपट संग रहन विहाणी। जिस तरह भंवरा आके फुल दे विच बैठदा है, शाम नूं कमल दे फुल दीआं पत्तियां बंद हो जांदियां ने, अंदर अपना आपा कुर्बान कर दिंदा है। कहंदा गुरुदेव पातशाह उस देग दे विच इस आनंद दे विच सन जिवें एक भंवरा कमल दे फुल दे विच बैठा होवे। अखीर ते कहंदे ने गुर अर्जन विटहो कुर्बानी। ऐ गुरुदेव पातशाह तेरी कुर्बानी के उपरों भी ये कहा जा सकता है कि कुर्बान ही होया जा सकता है, इस तो वध कोई शब्द ही नहीं। हुण गुरुदेव पातशाह की शहादत के बारे जदों जहांगीर फतवा जारी करता है, जिसका जिक्र तुज़के जहांगीरी च है, जिहड़ी 1934 के विच नवल किशोर प्रैस ने फारसी च छापी, तो उस तो बाद 1971 के विच उसके उर्दू अनुवाद होए ने जामिया दारुल इस्लाम के वलों। उस दे विच एक एंट्री है गुर अर्जन का कतल। उत्थे वो शब्द लिखता है कि जे किते गुरु अपनी दुकाने बातल, झूठ की दुकान गुरु ग्रंथ साहब महाराज, जे किते गुरु अपनी झूठ की दुकान नूं बंद करके इस्लाम का कलमा पढ़ लवे तो कतल तो बचा हो सकता है। गल्लां दो ही ने, जां कलमा जां कतल। इसदा मतलब जिंदगी बचाउणी तां बहुत सौखी है, बहुत सौखी है। शब्द नूं छड्ड दिओ, कलमा पढ़ लवो, जिंदगी बच सकती है। तो गुरु साहब के वास्ते जिंदगी जीउण दा एक दरवाजा भी खुला है। जे किते वो अपने खिलाफ इस्लाम को कबूल कर लेंदे ने, अपने ईमान को छड्ड के जिंदगी जी सकते हैं। गुरुदेव पातशाह मौत कबूल करते हैं, अपना अकीदा नहीं छड्डते। इत्थे शहीदों के सरताज ने, जे किते गुरु साहब तो पहला होए शहीदों को किते जिंदगी की पेशकश मिलती, शायद इतिहास ही कुछ होर हुंदा। उन्होंने मौत के फतवे दिते गए ने। करबला के मैदान के विच हज़रत हुसैन हाथ जोड़ के कह रहे थे कि मेरी जान बख्श दी जाए, भावें कि इस्लाम उन्होंने अपना शहीद गिनता है। अकबर नजीबाबादी की उर्दू की किताब है तरीखे इस्लाम, उसमें पढ़ के वेख ले। सो जे किते उन्हां लोकां दे सामने जिंदगी की पेशकश हुंदी, शायद इतिहास ही कुछ होर हुंदा। गुरुदेव पातशाह के सामने जिंदगी की पेशकश है। तो गुरुदेव पातशाह के बारे भाई साहब भाई गुरदास कहते हैं, गुर अर्जन विटहो कुर्बानी। गुरु अर्जन साहब की शहादत गल फिर जोत ते ले आईए। उस तो बाद भाई साहब भाई गुरदास कहते हैं, कहते पंज प्याले पंज पीर छठम पीर बैठा गुर भारी, दल पंजन गुर सूरमा वड जोधा बहु पारोपकारी। अगली गल, अर्जन काया पलट के शरीर बदल रहा है। अर्जन काया पलट के मूरत हर गोबिंद सवारी, चली पीढ़ी सोडियां रूप दिखावन वारो वारी। शरीर बदल रहा काया। जिस गल नूं पट साहबान ने कहा, जोत उहा जुगत साए सह काया फेर पलटिए। शरीर बदल रहा है। हुण दसम पातशाह गुरु गोबिंद सिंह महाराज तक वो जोत 10वें जामे दे विच है। ते गुरदास सिंह एक गल लिखदा है, वो कहता है, प्राण मीत परमात्मा परखोतम पूरा, वाह प्रगट्यो पुरख भगवंत रूप गुरु गोबिंद सूरा। शब्द इत्थे भी प्रगट आ गया। प्राण मीत परमात्मा परखोतम पूरा। गुरु नानक साहब आए सी, जोत प्रगट हुई सी। इसे करके भाई साहब भाई गुरदास नूं सतगुरु नानक प्रगटिया लिखना पिया। हुण ये जोत 10वें पातशाह के शरीर च आई है, प्रगट हो चुकी है। तो शब्द है प्राण मीत परमात्मा
पुरखोत्तम पूरा वाह प्रगट्यो पुरख भगवंत रूप गुरु गोबिंद सूरा। हुण गुरु गोबिंद सिंह महाराज दे शरीर जुगत है, शब्द जोत है, दोहें चीज़ां दे मालक ने। और प्रगट कीती जोत और प्रगट जुगत नूं प्रगट ही करके रखा जा सकता है, क्योंकि इहदा संबंध शरीर तो उच्चे, शरीर दे नाल कोई संबंध ही नहीं। इसे करके कलगीधर पातशाह जुगत कित्थे रखते ने? खालसा अकाल पुरख की फौज प्रगट्यो खालसा परमात्म की मौज। प्रगट जुगत रख दी प्रगट करके खालसे नूं, ते प्रगट कीते खालसे नूं लड़ किते लाता? गुरु ग्रंथ जी मान्यो प्रगट शब्द इत्थे भी प्रगट है। गुरु नानक साहब तो लैके गुरु ग्रंथ साहब की गुरता गद्दी तक प्रगट शब्द है, ये जोत और जुगत है। इसे करके दुनिया दे विच हर जन्म लैण वाली चीज़ का मरण दिन जां फिर शरीर करके किसी महापुरुष का ज्योति जोत दिवस मनाया जा सकता। दुनिया ते दो चीज़ां ने, एक गुरु ग्रंथ ते एक गुरु पंथ, जिन्हां दा ज्योति जोत दिवस नहीं मनाया जा सकता। प्रगट दिवस मनाया जाता है, ना खालसे का ना गुरु ग्रंथ साहब का। कभी भी ज्योति जोत दिवस नहीं मनाया जा सकता, क्योंकि एक जोत है एक जुगत है, दोहां का शरीरों के नाल संबंध कोई नहीं। सो दो भट्ट साहबान शहीद होए, गुरु साहब की शहादत। हुण नौवें पातशाह उन्हां दी शहादत, तीन चीज़ां उन्हां दे सामने ने। औरंगजेब उस वेले हसद अबदाल दे विच, और भाई नंद लाल जी गांजानामा दे 160 शेर लिखते हैं। 104 नंबर शेर गुरु तेग बहादुर साहब के बारे आखिरी शेर है। वो कहते तेग बहादुर राह सिर पाओ अफजाल। किसी मुसलमान वीर नूं पूछिए की हाल है, कहता फजल है, खुदा का फजल है, फजल का पावर रहमत है, मेहर है। नंद लाल जी कहते तेग बहादुर राह सिर पाओ अफजाल। गुरु तेग बहादुर साहब तो सिर तो लैके पैरों तक मेहरां दे भरे हुए हैं। जीनत अराए महफिल जाहो जलाल। तो कहते जो किसी महफिल च बैठते हैं ना, उन्हों का जोड़ा ज्ञान है हर बंदे को लाजवाब कर देता है। पर अज किस महफिल च बैठे ने जिसनों मकतल कहा जाता है। हुण उन्हों का जोड़ा ज्ञान है किस तरह काजी को निरुत्तर करता है। जो वो ज्ञानवानों दी महफिलों च बैठते सी, हर बंदे को लाजवाब कर देंगे सी, अज मकतल च बैठे ने। जिस दे बारे फैज़ एक गल लिखता है, जे जान तो आनी जानी है, इस जान की तो कोई बात नहीं, जिस दज से कोई मकतल में गया वो शान सलामत रहती है। चार फारसी के शब्द ने, कतल, कातल, मकतल और मकतूल। कतल करन दी क्रिया है, मकतल जिस जगह ते कतल किया जाता है, मकतूल जिसका कतल किया जाता है, तो कातल जिहड़ा कतल करता है। ये चार शब्द ने। जो ये चार चीज़ां एक थां ते इकट्ठियां होंदियां ने, तो अगले पासों कोई भी शमशीरे दस्त विरोध नहीं होंदा, उसनूं साका कहा जाता है। इसे करके गुरु तेग बहादुर साहब की शहादत साका है। तिलक जंजू राखा प्रभ ताका, कीनो वडो कलूम है साका। साका शब्द कई बार असीं साका चमकौर कह दिंदे, चमकौर साका नहीं है। साका जिहड़ा डिफाइन ही इत्थे आके हुंदा है कि जिथे अगों हथियारबंद विरोध ना होवे। गुरु अर्जन साहब की शहादत साका है। ननकाना साहब दी शहादत साका है, क्योंकि दस्त शमशीर होकर विरोध नहीं होया। नौवें पातशाह की शहादत साका है, सरहंद दी शहादत साका है। जिथे हथियारबंद जंग हुंदा है वो जंग है। इस करके कलगीधर पातशाह ने चमकौर नूं साका नहीं लिखिया, उन्हें लिखा गुरसनह के कारे कुनद चिल नर बा दै लक बर आयद बरो बेखबर। बरंगे मगस बेशुमार आयदस म्या ते गो तीरो तफंग आयदस के आ खासा मरदुद साया दीवार ब मैं दाना आबद व मरदाना वार दरेगा अगर रुए उदीद में बयक तीर लाचार बख्शी ने। जंग है, तेगा खड़क रही ने, ढालां ते तेगां वज रही ने, चंगियाड़े कढ़ रही ने, शमशीरां एक दूजे के उपर टकरा के। सो वो जंग है चमकौर, चमकौर साका नहीं है। हुण ये जिहड़ा साका वापर लगा है, नौवें पातशाह जिन्हां दी बाणी साहिब श्री गुरु ग्रंथ साहिब महाराज दे दर्ज है। काजी का नाम है वहाबुद्दीन, दिल्ली के हाकिम का नाम है मुतफलत खान, औरंगजेब हसन अबदाल दे विच उत्थे नहीं। काजी गुरदेव पातशाह ने एक सवाल करता है, कहता तीन चीज़ां तुहाडे सामने ने, करामात विखा दिओ तां भी जान बच सकती है, कलमा पढ़ लवो तां भी जान बच सकती है। दो कक्के नहीं मनने, कलमा या करामात, फिर तीसरा कक्का कतल है। फिर अपना आपा खत्म करने के वास्ते तैयार हो जा। मेरे गुरदेव पातशाह जिन्हों के बारे नंद लाल कहते हैं जीनत राय महफिल जाहो जलाल। किसी समय ज्ञान दियां चर्चा होंदियां सी ते गुरदेव पातशाह जवाब दिंदे सी। अज काजी मौत के फतवे की गल कर रहा, पातशाह का जवाब वेखियो। कहते वहाबुद्दीन जे मैं दीने इस्लाम कबूल करदा, मेरे धर्म की शरीरक मौत होंदी है।
ਜੇ ਮੈਂ ਕਰਾਮਾਤ ਵਿਖਾਉਣਾ ਹੈ, ਮੇਰੇ ਧਰਮ ਦਾ ਅਸੂਲ ਨਹੀਂ, ਮੇਰੇ ਧਰਮ ਦੀ ਆਤਮਿਕ ਮੌਤ ਹੁੰਦੀ ਹੈ। ਪਰ ਜੇਕਰ ਮੈਂ ਮੌਤ ਪ੍ਰਵਾਨ ਕਰਦਾ, ਮੇਰੇ ਧਰਮ ਦੇ ਸਰੀਰ ਤੇ ਆਤਮਾ ਨੂੰ ਬਲ ਮਿਲਦਾ, ਮੈਂ ਮੌਤ ਪ੍ਰਵਾਨ ਕਰਦਾ। ਤੇਰਾ ਕਲਮਾ ਵੀ ਪ੍ਰਵਾਨ ਨਹੀਂ, ਤੇਰੀ ਕਰਾਮਾਤ ਵੀ ਪ੍ਰਵਾਨ ਨਹੀਂ, ਤੇਰਾ ਕਤਲ ਪ੍ਰਵਾਨ ਹੈ। ਇੱਕ ਕਵੀ ਹੋਏ ਨੇ ਗੁੰਚਾ ਜੀ, ਉਹਨਾਂ ਨੇ ਗੁਰੂ ਸਾਹਿਬ ਦੇ ਉਸ ਆਤਮਿਕ ਆਨੰਦ ਦੇ ਬਾਰੇ ਜ਼ੀਨਤ ਰਾਏ ਮਹਿਫਿਲ, ਸਵਾਲ ਜਵਾਬ ਕਿਸ ਤਰ੍ਹਾਂ ਦੇ ਨੇ ਉਹ ਆਪਣੀ ਕਵਿਤਾ ਦੇ ਵਿੱਚ ਚਿੱਤਰਦਾ ਹੈ। ਕਵੀਆਂ ਦਾ ਵੀ ਇੱਕ ਵੱਖਰਾ ਅੰਦਾਜ਼ ਹੁੰਦਾ ਹੈ। ਉਹ ਕਹਿੰਦਾ ਮੈਨੂੰ ਇੰਜ ਲੱਗਾ ਜਿਵੇਂ ਵਹਾਬੂਦੀਨ ਨੂੰ ਗੁਰਦੇਵ ਪਾਤਸ਼ਾਹ ਕਹਿ ਰਹੇ ਹੋਣ ਕਿ ਤੂੰ ਤੇ ਔਰੰਗਜ਼ੇਬ ਦਾ ਨੁਮਾਇੰਦਾ ਹੈ, ਤੂੰ ਔਰੰਗਜ਼ੇਬ ਦਾ ਨੁਮਾਇੰਦਾ ਹੋ ਕੇ ਤੇਗ ਬਹਾਦਰ ਦੇ ਉੱਪਰ ਆਪਣੀ ਤੇਗ ਪਰਖਣਾ ਚਾਹੁੰਦਾ ਹੈ ਨਾ। ਮੈਂ ਤੈਨੂੰ ਜਵਾਬ ਦਿੰਦਾ, ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰਾ ਕੁਝ ਨਹੀਂ ਸਕਦੀਆਂ ਖੋਹ ਤੇਗਾਂ। ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ, ਮੇਰੇ ਪਿਓ ਨੇ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੇਖੀ ਆਉਂਦੇ ਭੁੱਖ ਅੰਦਰ, ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ। ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋਹ ਤੇਗਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਹੋਈ, ਕਾਜ਼ੀ ਵਹਾਬੂਦੀਨ ਪਾਗਲ ਹੋ ਗਿਆ। 3 ਐਂਟਰੀ ਸਾਨੂੰ ਮਿਲਦੀਆਂ ਨੇ ਅਹਿਕਾਮੇ ਆਲਮਗੀਰੀ ਦੇ ਵਿੱਚ, ਜਿਹੜਾ ਔਰੰਗਜ਼ੇਬ ਦੇ ਦਰਬਾਰ ਦਾ ਰੋਜ਼ਨਾਮਾ ਹੈ। ਉਸ ਦੇ ਹਰਕਾਰੇ ਨੇ ਆ ਕੇ ਖਬਰ ਦਿੱਤੀ ਹੈ, ਬਾਦਸ਼ਾਹ ਸਲਾਮਤ, ਜਿਹੜੇ ਕਾਜੀ ਸਾਹਿਬਾਨ ਨੇ ਤੇਗੇ ਨੂੰ ਕਤਲ ਕਰਨ ਦਾ ਫਤਵਾ ਜਾਰੀ ਕੀਤਾ ਸੀ, ਅੱਜ ਬਿਮਾਰ ਬਹੁਤ ਨੇ, ਰਾਤ 'ਚ ਨਹੀਂ ਆ ਸਕਣਗੇ ਦਰਬਾਰ ਦੇ ਵਿੱਚ। ਤੇਗਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਸਤੇ ਵਰਤਿਆ ਉੱਥੇ। 15 ਕੁ ਦਿਨ ਦੇ ਬਾਅਦ ਫਿਰ ਇੱਕ ਐਂਟਰੀ ਹੈ, ਬਾਦਸ਼ਾਹ ਸਲਾਮਤ, ਕਾਜੀ ਵਹਾਬੂਦੀਨ ਸਾਹਿਬ ਇੰਨੇ ਜ਼ਿਆਦਾ ਬਿਮਾਰ ਨੇ ਕਿ ਉਹਨਾਂ ਨੂੰ ਸੰਗਲਾਂ 'ਚ ਬੰਨ੍ਹ ਕੇ ਰੱਖਿਆ ਹੋਇਆ। ਇਸ ਤੋਂ ਭਾਵ ਉਹ ਪਾਗਲ ਹੋ ਚੁੱਕਾ ਸੀ, ਕਿਉਂਕਿ ਜੇਕਰ ਆਮ ਬਿਮਾਰੀ ਹੁੰਦੀ ਤੇ ਬਿਮਾਰ ਮਨੁੱਖ ਨੂੰ ਸੰਗਲਾਂ 'ਚ ਨਹੀਂ ਬੰਨ੍ਹਿਆ ਜਾਂਦਾ। ਇਹ ਮੁਅੱਸਰੇ ਆਲਮਗੀਰੀ ਦੇ ਸ਼ਬਦ ਨੇ ਕਿ ਕਾਜ਼ੀ ਸਾਹਿਬ ਨੂੰ ਸੰਗਲਾਂ 'ਚ ਬੰਨ੍ਹ ਕੇ ਰੱਖਿਆ ਹੋਇਆ। ਤੇ ਤੀਸਰੀ ਐਂਟਰੀ ਮੁਅੱਸਰੇ ਆਲਮਗੀਰੀ ਦੀ ਹੈ, ਕਾਜ਼ੀ ਸਾਹਿਬ ਫੌਤ ਹੋ ਗਏ ਨੇ, ਮੌਤ ਹੋ ਚੁੱਕੀ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੇ ਪੁੱਤਰ ਨੂੰ ਸ਼ਾਹੀ ਕਾਜ਼ੀ ਬਣਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹਦਾ ਮਤਲਬ ਕਿ ਜਿਸ ਕਾਜ਼ੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ, ਉਹ ਪਾਗਲ ਹੋ ਕੇ ਮਰਿਆ। ਇਹੀ ਨਹੀਂ, ਇਤਿਹਾਸ ਬੜੇ ਪ੍ਰਮਾਣ ਨੇ। ਨਨਕਾਣਾ ਸਾਹਿਬ ਦੇ ਸਾਕੇ ਦੀ ਗੱਲ ਹੋ ਰਹੀ ਸੀ। ਨਨਕਾਣਾ ਸਾਹਿਬ ਦੇ ਸਾਕੇ ਦੇ ਦੌਰਾਨ ਮਹੰਤ ਨੂੰ ਦਰਵਾਜ਼ਿਆਂ ਵਿੱਚ ਜਿਸ ਮਿਸਤਰੀ ਨੇ ਛੇਕ ਕੱਢ ਕੇ ਦਿੱਤੇ ਸੀ, ਲਾਹੌਰ ਦਾ ਰਹਿਣ ਵਾਲਾ ਆਤਮਾ ਸਿੰਘ, ਉਹ ਸਰੀਰ 'ਚ ਕੀੜੇ ਪੈ ਕੇ ਮਰਿਆ ਸੀ, ਜਿਸ ਨੇ ਨਨਕਾਣਾ ਸਾਹਿਬ ਦੇ ਦਰਵਾਜ਼ੇ 'ਚ ਛੇਕ ਕੱਢੇ ਸੀ ਕਿ ਮਹੰਤ ਦੇ ਗੁੰਡੇ ਗੋਲੀ ਚਲਾ ਸਕਣ। ਬੜੇ ਪ੍ਰਮਾਣ ਤੁਹਾਨੂੰ ਇਤਿਹਾਸ 'ਚ ਮਿਲ ਜਾਣਗੇ। ਸੋ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਤ ਔਰ ਜੁਗਤ ਨੂੰ ਖਾਲਸੇ 'ਚ ਰੱਖ ਕੇ ਗੁਰੂ ਗ੍ਰੰਥ ਦੇ ਲੜ ਲਾ ਕੇ ਇਹ ਗੱਲ ਕਹਿ ਦਿੱਤੀ ਕਿ ਆਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਔਰ ਇਸ ਗ੍ਰੰਥ ਦੇ ਵਿੱਚ ਜੋਤ ਔਰ ਜੁਗਤ ਦੀ ਗੱਲ ਚੱਲਦੀ ਹੈ। ਤੇ ਜਦੋਂ ਸਿੱਖ ਦੀ ਜ਼ਿੰਦਗੀ ਦਾ ਸਫ਼ਰ ਇਬਾਦਤ ਤੋਂ ਸ਼ੁਰੂ ਹੋ ਕੇ ਸ਼ਹਾਦਤ ਵਾਲੇ ਪਾਸੇ ਜਾਂਦਾ ਹੈ, ਤੇ ਸੱਚ ਜਾਣਿਓ ਉਹਦੀ ਸਭ ਤੋਂ ਪਹਿਲੀ ਜਿਹੜੀ ਸ਼ਰਤ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਸਿੱਖਾ, ਇਹ ਖੇਡ ਤੇ ਪਿਆਰ ਦੀ ਹੈ, ਪਰ ਸ਼ਰਤ ਸਿਰ ਦੀ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਔਰ ਕਾਣ ਮਨੁੱਖ ਤਾਂ ਨਹੀਂ ਕਰ ਸਕਦਾ ਜੇਕਰ ਜੋਤ ਨੂੰ ਸਮਝਦਾ ਹੋਵੇ। ਭਗਤ ਰਵਿਦਾਸ, ਉਹਨਾਂ ਦੀ ਸ਼ਹਾਦਤ ਦਾ ਵੀ ਇੱਕ ਤੱਥ ਤੁਹਾਡੇ ਸਾਹਮਣੇ ਕਰ ਲਵਾਂ ਸਾਂਝਾ। ਭਗਤ ਰਵਿਦਾਸ ਜੀ, ਕਾਸ਼ੀ ਦੇ ਵਿੱਚ ਬ੍ਰਾਹਮਣਵਾਦ ਦੇ ਖਿਲਾਫ 2 ਵਾਰੀ ਬੜੀ ਉਗਰ ਆਵਾਜ਼ ਉੱਠੀ ਹੈ, ਬੜੀ ਬੁਲੰਦ ਆਵਾਜ਼ ਉੱਠੀ ਹੈ। ਇੱਕ ਆਵਾਜ਼ ਹੈ ਕਬੀਰ ਸਾਹਿਬ ਦੀ। ਕਬੀਰ ਸਾਹਿਬ ਬ੍ਰਾਹਮਣ ਨੂੰ ਇੱਕ ਸਵਾਲ ਕਰਦੇ ਨੇ, ਕਹਿੰਦੇ ਤੈਨੂੰ ਆਪਣੀ ਜਾਤੀ ਤੇ ਮਾਣ ਹੈ, ਤੈਨੂੰ ਆਪਣੇ ਉੱਚੇ ਹੋਣ ਤੇ ਮਾਣ ਹੈ, ਪਰ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਉੱਚਾ ਹੈ, ਬ੍ਰਾਹਮਣ ਹੈ, ਆਪਣੇ ਨਾਲੋਂ ਵੱਖਰਾ ਸਮਝਦਾ ਹੈ ਸਾਨੂੰ ਕਿ ਅਸੀਂ ਨੀਵੇਂ ਤੇ ਤੂੰ ਉੱਚਾ ਹੈ, ਤੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਉਸੇ ਹੀ ਕਿਰਿਆ ਤੇ ਉਸੇ ਰਸਤੇ ਦੇ ਰਾਹੀਂ ਤੂੰ ਸੰਸਾਰ 'ਚ ਕਿਉਂ ਆਇਆ ਜਿਸ ਰਸਤੇ ਮੈਂ ਆਇਆ। ਫਿਰ ਕਹਿੰਦੇ ਹੁਣ ਮੈਂ ਤੇਰੇ ਸਰੀਰ ਨੂੰ ਕੱਟ ਕੇ ਵੇਖਣਾ ਚਾਹੁੰਦਾ, ਡਾਇਸੈਕਸ਼ਨ ਕਰਨਾ ਚਾਹੁੰਦਾ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਕਹਿੰਦੇ ਆਪਣਾ ਸਰੀਰ ਤੇ ਚੀਰ ਕੇ ਵਿਖਾ, ਤੇਰੀਆਂ ਨਾੜਾਂ ਦੇ ਵਿੱਚ ਵੀ ਤਾਂ ਮੇਰੇ ਵਰਗਾ ਖੂਨ ਵਹਿ ਰਿਹਾ। ਜੇ ਸੱਚਮੁੱਚ ਪਰਮਾਤਮਾ ਨੇ ਤੈਨੂੰ ਮੇਰੇ ਤੋਂ ਵੱਖਰਾ ਬਣਾ ਕੇ ਭੇਜਿਆ, ਤੇਰੀਆਂ ਨਾੜਾਂ ਦੇ ਵਿੱਚ ਦੁੱਧ ਕਿਉਂ ਨਹੀਂ? ਬ੍ਰਾਹਮਣ ਸ਼ਰਮਸਾਰ ਹੈ, ਕਿਉਂਕਿ ਜਿਹੜੀ ਕਬੀਰ ਸਾਹਿਬ ਦੀ ਆਵਾਜ਼ ਹੈ ਉਹਦੇ 'ਚ ਇੱਕ ਬਗਾਵਤ ਹੈ, ਇੱਕ ਮਿਊਟੀਨੇਸ਼ਨ ਹੈ। ਦੂਸਰੀ ਵਾਰੀ ਆਵਾਜ਼ ਉੱਠਦੀ ਹੈ ਭਗਤ ਰਵਿਦਾਸ ਜੀ ਦੀ,
ਭਗਤ ਰਵਿਦਾਸ ਜੀ ਦੀ ਆਵਾਜ਼ ਦੇ ਵਿੱਚ ਸਹਿਜ ਹੈ, ਪਰ ਉਸ ਸਹਿਜ ਦੇ ਵਿੱਚ ਜਿਹੜੀ ਬਗਾਵਤ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਮੈਂ ਝੁਕਾ ਦਿੱਤਾ। ਜਾ ਕੇ ਕੁਟੰਬ ਕੇ ਢੇੜ ਸਭ ਢੋਲ ਢਵੰਤ ਫਿਰੇ ਅਜਹੂ ਬਨਾਰਸੀ ਆਸ ਪਾਸਾ ਅਚਾਰ ਸਹਿਤ ਵਿਪਰ ਕਰੇ ਡੰਡੌਤ ਤਿਨ ਤਨੇ ਰਵਿਦਾਸ ਦਾਸਾਨ ਦਾਸਾ। ਕਹਿੰਦੇ ਦੁਨੀਆ ਦੇ ਲੋਕੋ, ਮੈਂ ਅਛੂਤ ਲੋਗ ਗੰਠ ਗੰਠ ਖਰਾ ਬੇਗੋਚਾ ਹੋਂ ਬੇਗੰਠੇ ਜਾਏ ਪਹੁੰਚਾ। ਕਹਿੰਦੇ ਬ੍ਰਾਹਮਣ ਜਿਸ ਸਮਾਜ ਦੀ ਗੱਲ ਕਰਦਾ ਸੀ, ਜਾਤ ਪਾਤ ਹੈ, ਜਿੱਥੇ ਵਰਨ ਵੰਡ ਹੈ, ਜਿੱਥੇ ਲੋਕਾਂ ਨੂੰ ਧਰਮ ਦੇ ਨਾਂ ਤੇ ਵਿਤਕਰਾ ਕੀਤਾ ਜਾਂਦਾ, ਜਿੱਥੇ ਅਛੂਤ ਸਮਝਿਆ ਜਾਂਦਾ, ਜਿੱਥੇ ਦਲਿਤ ਸਮਝਿਆ ਜਾਂਦਾ, ਮੈਂ ਉਹਨਾਂ ਦੇ ਸਾਹਮਣੇ ਇੱਕ ਵੱਖਰਾ ਬੇਗਮਪੁਰੇ ਦਾ ਸੰਕਲਪ ਰੱਖ ਦਿੱਤਾ। ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਦੋਹ ਨਾ ਹੀ ਤੈ ਠਾਉ, ਨਾ ਤਸਵੀਸ ਖਿਰਾਜ਼ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਮੈਂ ਇੱਕ ਵੱਖਰਾ ਸੰਕਲਪ ਬਣਾ ਕੇ ਰੱਖ ਦਿੱਤਾ, ਜਿਸ ਨੂੰ ਅਬਚਲ ਨਗਰ ਵੀ ਕਿਹਾ ਜਾਂਦਾ, ਜਿਸ ਨੂੰ ਸਭ ਸੁਖਾਲੀ ਉੱਠੀਆਂ ਇਹ ਹੋਆ ਹਲੇ ਮੀਰਾਜ ਜੀਓ। ਮੈਂ ਇੱਕ ਵੱਖਰਾ ਸੰਕਲਪ ਉਸ ਦੇ ਸਾਹਮਣੇ ਰੱਖ ਦਿੱਤਾ। ਬ੍ਰਾਹਮਣ ਜਿਹੜਾ ਹੈ ਉਹ ਕਿਵੇਂ ਸਵੀਕਾਰ ਕਰੇ ਇਸ ਗੱਲ ਨੂੰ? ਬ੍ਰਾਹਮਣ ਨੂੰ ਵਿਚਾਰਧਾਰਾ ਦੇ ਅੱਗੇ ਝੁਕਣਾ ਪੈ ਰਿਹਾ, ਪਰ ਉਸ ਦਾ ਅਹੰਕਾਰ ਨਹੀਂ ਝੁਕ ਰਿਹਾ। ਰਾਜੇ ਨੂੰ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਦੇ 3 ਪੱਖ ਰੱਖੇ। ਅਵਤਾਰਵਾਦ ਦੀ ਵਿਰੋਧਤਾ ਕਰਦਾ ਹੈ ਰਵਿਦਾਸ, ਮੂਰਤੀ ਪੂਜਾ ਦਾ ਖੰਡਨ ਕਰਦਾ ਹੈ ਰਵਿਦਾਸ, ਬ੍ਰਾਹਮਣਵਾਦੀ ਰਸਮਾਂ ਦੇ ਖਿਲਾਫ ਬੋਲਦਾ ਹੈ ਰਵਿਦਾਸ। ਮੈਂ ਇੱਕ ਬੇਨਤੀ ਕਰ ਦੇਵਾਂ, ਜੇਕਰ ਅਸੀਂ ਇਸਲਾਮ ਧਰਮ ਦੇ 2 ਗ੍ਰੰਥ ਮੁਕੱਦਸ ਕੁਰਾਨ ਸ਼ਰੀਫ ਤੇ ਹਦੀਸ ਨੂੰ ਲਾਂਭੇ ਰੱਖ ਲਈਏ, ਤੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ 6 ਸ਼ਾਸਤਰ, 4 ਵੇਦ, 18 ਪੁਰਾਣ, 27 ਸਿਮਰਤੀਆਂ, 70 ਤੋਂ ਵੱਧ ਉਪਨਿਸ਼ਦ ਰਚੇ ਗਏ ਨੇ। ਕਿਸੇ ਵਿੱਚ ਸ਼ਹੀਦ ਸ਼ਬਦ ਨਹੀਂ ਹੈਗਾ, ਕਿਸੇ ਵਿੱਚ ਸ਼ਹੀਦ ਸ਼ਬਦ ਨਹੀਂ ਹੈ। ਸ਼ਹੀਦ ਸ਼ਬਦ ਦੀ ਵਰਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੀ ਬਾਣੀ 'ਚ ਕੀਤੀ ਹੈ। ਪੀਰ, ਪੈਗੰਬਰ, ਸਾਲਕ, ਸਾਦਕ, ਸੌਦੇ ਔਰ ਸ਼ਹੀਦ। ਦੂਸਰੀ ਵਾਰ ਇਸ ਸ਼ਬਦ ਦੀ ਵਰਤੋਂ ਭਗਤ ਰਵਿਦਾਸ ਜੀ ਨੇ ਕਬੀਰ ਸਾਹਿਬ ਦੇ ਪਰਿਵਾਰ ਦੇ ਬਾਰੇ ਕੀਤੀ ਹੈ। ਈਦ ਬਕਰੀਦ ਜਾ ਕੇ ਕੁੱਲ ਵਿਖੇ ਗਊਰੇ ਵੱਧ ਕਰੇ ਮਾਨੀਏ ਸੇਖ ਸ਼ਹੀਦ ਪੀਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 2 ਵਾਰੀ ਸ਼ਹੀਦ ਸ਼ਬਦ ਆਇਆ। ਹੁਣ ਉਹ ਜਿਹੜੇ ਭਗਤ ਰਵਿਦਾਸ ਜੀ ਨੇ, ਉਹਨਾਂ ਦੇ ਸਾਹਮਣੇ, ਰਾਜੇ ਦੇ ਸਾਹਮਣੇ ਜਿਹੜੀ ਸ਼ਿਕਾਇਤ ਹੈ, ਅਵਤਾਰ ਪੂਜਾ ਦਾ ਖੰਡਨ ਕਰਦੇ ਨੇ, ਗੁਰੂ ਦੀਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਤੀਸਰੀ ਗੱਲ, ਇਹ ਸਾਡੇ ਬੁੱਤ ਪ੍ਰਸਤੀ ਦੇ ਖਿਲਾਫ ਨੇ। ਸ਼ਿਕਾਇਤ ਹੋਈ। ਰਾਜਾ ਕਾਫੀ ਚੰਗਾ ਸੀ ਤਾਂ ਬ੍ਰਾਹਮਣ। ਜ਼ਰੂਰੀ ਨਹੀਂ ਹੈ ਕਿ ਹਰ ਧਰਮ ਦੇ ਸਾਰੇ ਬੰਦੇ ਬਾੜੇ ਹੁੰਦੇ ਨੇ, ਪਰ ਉਹਦੀ ਇੱਕ ਨੇਤਰ ਸੀ ਜਿਹੜਾ ਗਿਆਨ ਦਾ ਨੇਤਰ ਹੋਵੇ। ਰਾਜੇ ਨੇ ਦੋਹਾਂ ਧਿਰਾਂ ਨੂੰ ਬੁਲਾ ਲਿਆ ਤੇ ਨਾਲ ਹੀ ਇੱਕ ਸ਼ਰਤ ਰੱਖ ਦਿੱਤੀ ਕਿ ਚਰਚਾ ਹੋਵੇਗੀ ਮੂਰਤੀ ਪੂਜਾ ਦੇ ਉੱਪਰ। ਰਵਿਦਾਸ ਵੀ ਤਿਆਰ ਹੈ, ਬ੍ਰਾਹਮਣ ਵੀ ਤਿਆਰ ਨੇ। ਚਰਚਾ ਹੋਵੇਗੀ, ਪਰ ਜਿਹੜਾ ਵੀ ਚਰਚਾ ਦੇ ਵਿੱਚ ਹਾਰ ਗਿਆ, ਉਹ ਜੇਤੂ ਧਿਰ ਨੂੰ ਆਪਣੀ ਪਾਲਕੀ ਮੋਢਿਆਂ ਤੇ ਚੁੱਕ ਕੇ ਉਹਦੇ ਘਰ ਛੱਡ ਕੇ ਆਵੇਗਾ। ਰਵਿਦਾਸ ਜੀ ਨੂੰ ਸਵਾਲ ਪੁੱਛੇਗਾ, ਤੁਸੀਂ ਮੂਰਤੀ ਪੂਜਾ ਦਾ ਖੰਡਨ ਕਰਦੇ ਹੋ? ਕਹਿੰਦੇ ਹਾਂ। ਕਹਿੰਦੇ ਕਿਉਂ ਖੰਡਨ ਕਰਦੇ ਹੋ? ਕਹਿੰਦੇ ਮੈਂ ਨਹੀਂ ਮੰਨਦਾ, ਇਸ ਚੇਤਨਤਾ ਨਹੀਂ ਹੈ। ਰਵਿਦਾਸ ਜਿਸ ਚੇਤਨ ਦੇ ਨਾਲ ਜੁੜਿਆ ਹੈ, ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਵਾਲਮੀਕਿ ਦੇਖ। ਰਵਿਦਾਸ ਕਹਿੰਦਾ ਜਿਸ ਚੇਤਨ ਪਰਮਾਤਮਾ ਦੇ ਨਾਲ ਮੈਂ ਜੁੜਿਆ ਹਾਂ, ਉਸ 'ਚ ਜੜ ਦੀ ਪੂਜਾ ਨਹੀਂ ਕੀਤੀ ਜਾ ਸਕਦੀ, ਮੈਂ ਪੱਥਰ ਪੂਜਾ ਨਹੀਂ ਕਰਦਾ। ਬ੍ਰਾਹਮਣ ਕਹਿ ਰਿਹਾ ਕਿ ਸਾਡੀ ਪੱਥਰ ਦੀ ਮੂਰਤੀ 'ਚ ਅਜ਼ਮਤ ਹੈ, ਇਸ 'ਚ ਸ਼ਕਤੀ ਹੈ। ਰਵਿਦਾਸ ਜੀ ਇੱਕ ਸਵਾਲ ਪਾ ਦਿੰਦੇ ਨੇ, ਕਹਿੰਦੇ ਠੀਕ ਹੈ, ਤੁਹਾਡੀ ਮੂਰਤੀ ਮੇਰੀ ਝੋਲੀ ਦੇ ਵਿੱਚ ਹੈ, ਮੈਂ ਇਸ ਨੂੰ ਨਹੀਂ ਮੰਨਦਾ। ਮੂਰਤੀ ਰਵਿਦਾਸ ਜੀ ਦੀ ਝੋਲੀ 'ਚ ਰੱਖ ਦਿੱਤੀ। ਕਹਿੰਦੇ ਮੂਰਤੀ ਮੇਰੀ ਝੋਲੀ 'ਚ ਹੈ, ਮੈਂ ਇਸ ਨੂੰ ਨਹੀਂ ਮੰਨਦਾ। ਦਰਅਸਲ ਹਰ ਪੱਥਰ ਦੇ ਵਿੱਚ ਇੱਕ ਮੂਰਤੀ ਹੈ, ਹਰ ਮੂਰਤੀ ਪੱਥਰ ਦੀ ਹੈ। ਹਰ ਪੱਥਰ ਦੇ ਵਿੱਚੋਂ ਘੜ ਕੇ ਇੱਕ ਮੂਰਤੀ ਪੈਦਾ ਕੀਤੀ ਜਾ ਸਕਦੀ ਹੈ, ਔਰ ਹਰ ਮੂਰਤ ਜਿਹੜੀ ਹੈ ਉਹ ਇੱਕ ਪੱਥਰ ਹੈ। ਅਫਸੋਸ ਇੱਥੇ ਹੈ ਕਿ ਜਿਹੜੀਆਂ ਪ੍ਰਮਾਤਮਾ ਨੇ ਮੂਰਤੀਆਂ ਬਣਾਈਆਂ ਸੀ, ਚੇਤਨ ਮੂਰਤੀਆਂ ਦੀਆਂ, ਉਹ ਮਨੁੱਖ ਦੀਆਂ ਬਣਾਈਆਂ ਮੂਰਤੀਆਂ ਦੇ ਅੱਗੇ ਝੁਕਦੀਆਂ ਨੇ। ਸਮੱਸਿਆ ਇੱਥੇ ਹੈ। ਅਸੀਂ ਪ੍ਰਮਾਤਮਾ ਦੀਆਂ ਬਣਾਈਆਂ ਮੂਰਤੀਆਂ ਮਨੁੱਖ ਦੀਆਂ ਬਣਾਈਆਂ ਮੂਰਤੀਆਂ ਦੇ ਅੱਗੇ ਝੁਕਦੀਆਂ, ਕਿਉਂਕਿ ਮਨ 'ਚ ਡਰ ਹੈ, ਇੱਕ ਭੈ ਹੈ। ਰਵਿਦਾਸ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਚੇਤਨ ਦੇ ਨਾਲ ਜੁੜਿਆ ਹਾਂ, ਮੈਂ ਜੜ ਨੂੰ ਨਹੀਂ ਮੰਨਦਾ। ਹਾਂ, ਜੇਕਰ ਇਹ ਚਾਹੁੰਦੇ ਨੇ ਕਿ ਸੱਚਮੁੱਚ ਹੀ ਇਹਨਾਂ ਦੇ ਇਸ਼ਟ ਦੇ ਵਿੱਚ ਕੋਈ ਅਜ਼ਮਤ ਹੈ, ਮੈਂ ਨਹੀਂ ਮੰਨਦਾ, ਤੇ ਮੂਰਤੀ ਮੇਰੀ ਗੋਦ ਦੇ ਵਿੱਚ ਆਵਾਜ਼ ਮਾਰਨ ਜੇ ਚੇਤਨ ਹੈ, ਇਹਨਾਂ ਦੀ ਗੋਦ 'ਚ ਚਲੀ ਜਾਵੇ। ਮੰਤਰ ਪੜ੍ਹੇ ਜਾ ਰਹੇ ਨੇ। ਬ੍ਰਾਹਮਣ ਦੇ ਕੋਲ ਹੈ ਹੀ ਇੱਕ ਰਾਹ, ਜਿੱਥੇ ਕੋਈ ਵਸ ਨਹੀਂ ਚੱਲਦਾ, ਮੰਤਰ ਪੜ੍ਹਨੇ ਸ਼ੁਰੂ ਕਰ ਦਿੰਦੇ ਨੇ। ਬਾਬਰ ਨੇ ਹਮਲਾ ਕੀਤਾ, ਇਹਨੇ ਲੋਧੀ ਸਰਦਾਰਾਂ ਨੂੰ, ਬ੍ਰਾਹਮਣਾਂ ਨੇ ਕਿਹਾ ਨਾ ਨਾ ਨਾ, ਤੁਹਾਨੂੰ ਹਥਿਆਰ ਚੁੱਕਣ ਦੀ ਲੋੜ ਨਹੀਂ, ਅਸੀਂ ਤਾਂ ਮੰਤਰ ਪੜ੍ਹਦੇ ਨੇ। ਕੋਟੀ ਹੂ ਪੀਰ ਵਰਜਰ ਹਾਏ, ਜਾਂ ਮੀਰ ਸੁਣਿਆ ਤਾਇਆ, ਥਾਮ ਮੁਕਾਮ ਜਲੇ ਬਿਜ ਮੰਦਰ, ਮੁਸ਼ ਮੁਸ਼ ਕੋਈ ਰੁਲਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ। ਬਾਬਰ ਦੇ ਹਮਲੇ ਸਮੇਂ ਵੀ ਇਹਨਾਂ ਨੇ ਕਿਹਾ ਸੀ ਮੰਤਰ ਪੜਾਂਗੇ, ਬਾਬਰ ਦੀ ਫੌਜ ਅੰਨੀ ਹੋ ਜਾਵੇਗੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਮੰਤਰ ਪੜ੍ਹਦੇ ਰਹੇ, ਉਹ ਤੁਹਾਡੀਆਂ ਔਰਤਾਂ ਵੀ ਲੁੱਟ ਕੇ ਲੈ ਗਿਆ, ਕੋਈ ਅੰਨਾ ਨਾ ਹੋਇਆ, ਕਿਸੇ ਦੀ ਲੱਤ ਬਾਂਹ ਨਾ ਟੁੱਟੀ। ਹੁਣ ਰਵਿਦਾਸ ਆਪਣੀ ਗੋਦੀ 'ਚ ਮੂਰਤ ਰੱਖ ਕੇ ਬੈਠਾ ਹੈ, ਉਹ ਮੰਤਰ ਪੜ੍ਹ ਰਹੇ ਨੇ, ਮੂਰਤੀ ਨਹੀਂ ਹਿੱਲੀ। ਬੜਾ ਸਮਾਂ ਬੀਤ ਗਿਆ। ਰਾਜਨ ਕਹਿੰਦਾ ਬਸ ਹਾਰ ਚੁੱਕੇ ਹੋ, ਰਵਿਦਾਸ ਨੂੰ ਛੱਡ ਕੇ ਆਓ, ਪਾਲਕ 'ਚ ਬਿਠਾ ਕੇ ਮੋਢਿਆਂ 'ਤੇ ਰੱਖ ਕੇ। ਛੱਡਣ ਗਏ,
रविदास उत्थे शब्द पढ़ रहा है, ऐसी लाल तुझ बिन कौन करे, गरीब नवाज गुसैया मेरा माथे छत्र तरे। ब्राह्मण हार रहा है, रविदास जित रहा है, पर ब्राह्मण उस हार को स्वीकार किवें करे, उस हार को मनो भुला लवे किवें। उन्हां समय च एक घटना होर वापर गई। मीराबाई, मीराबाई का जन्म काकड़ी पिंड च होया। दादे का नाम सी नरेश राव दूधा, पिता का नाम रतन राव। जन्म लेंदिया माँ की मौत हो गई, थोड़ी वड्डी हुई पिता की मौत हो गई, विआह होया ते पति भोजराज की मौत हो गई। सहुरा बड़ा प्यार करता सी, राणा संग्राम सिंह सामंतां ने जहर दे के मार दिता। बाबर का हमला होया 1527 मैदाने जंग जूझदा दादा भी मर गया। हुण ख्याल करो, जिस औरत ने अपने बचपन की जतीमी तो लैके अपनी जवानी की दहलीज से पैर धरद्या इन्हां मौतां वेखियां, हुण वो वैराग की हालत चली गई, कृष्ण की उपासक बन गई। उसने कृष्ण की याद में रहना शुरू कर दिता। इसकी नणद सी, ननान सी उदा बाई, उसने इसनूं बड़ियां तंगियां दित्तियां, बहुत तंगियां दित्तियां। इत्थों तक कि एक दिन एक कमरे के बैठी कोई अपने इष्ट की याद दे विच कोई दोहा पढ़ रही सी। उसने कहा कि एक कमरे के अपने गैर मर्द को बुलाती है। उसने इसके देर को कहा, इसके दिओर ने दरवाजा तोड़िया, जब अंदर गया तो भगती के लीन सी, वेख के शर्मिंदा हो गया। इतिहास के अक्सर तुसीं पढ़ते होगे, जो भगत रविदास जी के बारे शब्द होता झाला बाई, राणा सांघा की माता झाला बाई। झाला बाई नाम की कोई राणी नहीं सी। राणा संग्राम सिंह सांघा के प्यो दियां 11 राणियां सी। झाला एक खानदान है, झालावाड़। झालावाड़ दियां 2 औरतां जिहड़ियां उसके दरबार विच सी, एक रतन कुंवर, एक महताब कुंवर। जिहड़ी राजधर की पत्नी रतन कुंवर सी, वो जिहड़ी सीगी ओहदी जिहड़ी सी वो मीराबाई की सस सी। वो झालाबाई किसी का नाम नहीं है, उसका नाम रतन कुंवर सी। किसी तरह उसनूं पता लगा कि जेकर मीराबाई इस परमार्थ के रस्ते के उपर तुर पई है तो इहनूं गुरु धारण करने की लोड़ है। हुण ख्याल करियो, जिस समय रविदास अपनी विचारधारा का प्रचार कर रहे हैं, उन्होंने विरोध च विचारधारा पता किहड़ी प्रचार कर रही है रविदास के खिलाफ? तुलसीदास, रामायण का रचेता तुलसीदास। वो अपनी रचना च कह रहा, ढोल गवार शूद्र पशु नारी, ये पांचों ताड़न के अधिकारी। ढोल पशु, अनपढ़, औरत, शूद्र, जिन्ना कुटिया जाए इन्होंने कुटना चाहिए। वो कह रहा है कि ब्राह्मण जिन्ना मर्जी अज्ञानी होवे उसनूं पूजना चाहिए, तो शूद्र के कोल ज्ञान भी हो उसनूं कतल कर देना चाहिए। रविदास का प्रचार वखरा। रविदास कह रहे हैं कि जेकर ब्राह्मण अज्ञानी है तो वह माड़ा है, शूद्र के कोल ज्ञान है तो चंगा है। वो ज्ञान की गल कर रहे हैं, तुलसी अज्ञान की गल कर रहा है। विचारधारा की जंग है एक, इसमें श्रमिक तो अश्रमिक जंग कहा जाता है। गुरु ग्रंथ साहब महाराज जिन्ने भी भगतां और भट्ट साहिबान की बाणी दर्ज है, सारे श्रमिक सन, मेहनत करने वाले श्रम। दूजे पासे जिहड़े इस विचारधारा का विरोध करते सी, चाहे वह सिद्ध सी, चाहे वह जोगी सी, चाहे वह रविदास के माफ़ करना तुलसीदास के चेले सी, वो सारे अश्रमिक सन, जिन्हां ने धर्म नूं धंधा बनाया हुआ सी। गुरुदेव पातशाह का फरमान सी, धंधे नूं धर्म बनाउणा, उन्हां लोकां ने धर्म नूं धंधा बनाया सी। यही विचारधारा की जंग सी। ब्राह्मण के नाल साडा की विरोध है? वो धर्म नूं धंधा बनाउंदा है। गुरुदेव पातशाह कहते हैं कि हर जगह के उपर तू अपने धंधे दे विच भी इसनूं धर्म नूं शामिल कर सकदा है। तू अपने धंधे नूं धर्म बना, ब्राह्मण धर्म नूं धंधा बनाउंदा है। यही साडा अंतर है विचारधारा का। खैर, पता लगा कि गुरु दीक्षा की लोड़ है। मीराबाई ने भगत रविदास जी के कोलों गुरु दीक्षा लै ली। हुण सच जाणिओ ब्राह्मण का की हाल होया है। एक तो दलित, एक अपने आप को भगत खवा रहा है, एक लोग उसके चेले बनते जा रहे हैं, तो एक राजे की नौह ने वो दीक्षा लै ली है। की बीती होगी? इतिहास जिक्र मिलता है कि 1-2 वारी जिथे भगत रविदास जी सत्संग कर रहे थे, मीराबाई महल चो चोरी भी उत्थे गई है। बड़ा महल दे विच इस गल का हड़दंग मच गया कि महल की नौह, एक राजे की नौह, एक दलित नूं अपना गुरु मनी बैठी है। दलित नूं तां गुरु दीक्षा का अधिकार ही कोई नहीं। किवें प्रवान करे हिंदू समाज उसनूं? ब्राह्मणवाद उसनूं किवें स्वीकार करे? समंतां दे विच चर्चा चली, रविदास नूं खत्म किया जाए। पहला तो मीरा को खत्म करने की कोशिश की गई, जहर दिता गया, सप लड़ाने की कोशिश की गई, कुदरत नूं बचाव हो जाता रहा। जां असीं कह सकते हैं कि भगत रविदास जी नाल मिल के वो निराकार की ऐसी उपासक बन चुकी सी कि गुरुदेव पातशाह ने रक्षा की। अखीर सोचा गया कि क्यों ना रहेगा बांस, ना बजेगी बांसुरी। मीरा को कतल करने की लोड़ है, रविदास को कतल किया जाए। पंडित मंदिर दे विच आरती कर रहे हैं,
रविदास जी पिछे जाके खड़े हुए ने, पंडित के नेत्र लाल हो गए, दलित आरती च खड़ा हो गया। पंडित आरती छड्ड के कहंदा तू आरती करना है, कहंदा नहीं मैनूं तेरी आरती नाल कोई मतलब नहीं। इतिहास नूं पढ़िओ कदे, असीं रोज़ सोहेला साहब च शब्द पढ़ते हैं, गगन में थाल रवचंद दीपक बने तारका मंडल जनक मोती। गुरु नानक साहब ने जगन्नाथपुरी के मंदिर की आरती दे विच शामिल होकर पंडित नूं कहा सी, पंडित कदी भी परमात्मा की आरती मनुख नहीं कर सकता। परमात्मा का जिहड़ा दायरा है वो रबानीयत तो रूहानीयत तक दा है, ते असीं मायात दे विच हम आदमी हाँ एकदम ही। जिहड़ा एक साह का मालिक इंसान है वो साह देने वाले की आरती कदी नहीं कर सकता। इसे करके भाई नंद लाल जो गुरु गोबिंद सिंह महाराज का बरस रूहानीयत का आकार जिक्र करते हैं ना, वो कहते हैं बरदो आलम शाह गुरु गोबिंद सिंह खसम राजा कहा गुरु गोबिंद सिंह। बरदो आलम शाह कहते दुनिया के लोगों गुरु गोबिंद सिंह की रूहानीयत का जे मेरे को बर पुछो ना, मेरिया भैन जो पुराने जमाने में कपड़ा लैन जाती हुण तो रेडीमेड का जमाना, पूछा जाता सी बर किन्ना है कपड़े का आकार। कहते मेरे को गुरु गोबिंद सिंह की रूहानीयत का आकार पूछो तो मैं दसदा कि लोक तो लैके परलोक तक गुरु गोबिंद सिंह की रूहानीयत का आकार है। बरदो आलम शाह गुरु गोबिंद सिंह। हुण जिहड़े मनुख की औकात एक बुलबुले वर्गी है, समुंदर की सिफत की कर सकता? बुलबुला समुंदर की आरती किवें करे? गुरु नानक साहब ने पंडित नूं समझा दिता कि इस कुदरत दे कादर की आरती केवल कुदरत ही कर सकती है, मनुख नहीं कर सकता। गगन में थाल रवचंद दीपक बने तारका मंडल जनक मोती, धूप मलियालो पवन चवरो करे सगल बनराए फलंत ज्योति। इत्थे पंडित रविदास नूं कह रहा, रविदास आरती च शामिल तू हो नहीं सकता। कहंदा मैं तुहाडी आरती च शामिल होण आया भी नहीं। कहंदा तेरे कोल कोई अधिकार नहीं है कि जिहड़ी असी इस मंदिर विच जोत जगाई है तो उसनूं वेख भी लवे। गल मैं जोत तो शुरू की सी, उत्थे रविदास जी कहंदे ने मैनू तेरी जोत वेखण दी लोड़ नहीं, नाम तेरे की जोत लगाई भयो अजियारा सगल पवनार है। पंडित जिहड़ी जोत मैं जगा चुका है ना, ये मैनूं तेरी बाहरी जोत की लोड़ नहीं। तेरी जोत के नाल ते केवल एक कमरे दे विच चानण किया जा सकता है। मेरे अंदर वो जोत वसी है जिसनूं गुरु नानक साहब कहंदे ने सब मैं जोत जोत है सोए तिसदे चानण सब मैं चानण होए। जिहड़ी जोत मेरे अंदर जग चुकी है, रविदास मैनूं तेरी थाली च रख के दीवे जगाउण वाली जोत की कोई लोड़ नहीं। डॉक्टर धर्मवीर अपने खोज पत्र च कहंदे ने उस वेले रविदास के उपर जानलेवा हमला किया गया, जख्मी किया गया, उन्होंने उत्थों बच के आ गए। उस तो बाद समंत राजपुताने दे विच राजिਆਂ ਦੇ सलाहकार समंत होया करते सी। समंतां दे कोल धार्मिक ताकत भी सी, धार्मिक सलाहकार भी सी ते मनसबदार भी हुंदे सी, फौज भी रख सकते सी। 6 तरह के समंत हुंदे सी, मुखिया समंत, अमस्या समंत, शत्रु समंत, दीर्घ समंत, मध्या समंत। ये 6 तरह के समंत हुंदे सी। समंत इकट्ठे हुए ने, राजे ने जाके शिकायत की है, राजा इस खानदान की चित्तौड़गढ़ के राजिਆਂ की इज्जत बर्बाद हो गई है, चित्तौड़गढ़ के खानदान की इज्जत बर्बाद हो चुकी है। राज दरबार की नौ एक अछूत नूं एक दलित नूं गुरु मन बैठी है। राज दरबार की नौ है तो जाती है उस अछूत के सत्संग दे विच, साडे पल्ले की रह गया, उसनूं किसी ना किसी तरीके दे नाल कतल किया जाए। राजा कहंदा है बहाना की बने, मीरा का देर सी राजा जिहड़ा संग्राम सिंह का बेटा, बहाना की बने, किवें कतल किया जाए? कहंदा राजन बहाना तो बड़ा सीधा है, वो देवता अखवाउंदा अपने आप को, भगत अखवाउंदा है, वो मूर्ति पूजा का विरोध करता है, वो जनेऊ नहीं पहनता। 3 बहाने 3 दोष बहुत ने आयद किए जाने ते कतल का फतवा दे दिता जा सकता है। रविदास जी को बुला लिया गया, तिना ही गल्लां दे उपर चर्चा हुई। पंडित निरुत्तर ने राजन समंता नूं पुछदा है, कहंदा अक्सर अज भी जो तुसीं वेखदे हो अदालत दे विच साडे आम ही साडे खेत केस कूस चलते रहंदे ने, पिंडां च रहण वाले असीं। अदालत दे विच जदों कोई जज फैसला सुणाउंदा है तो उस फैसले दे नाल दा एक होर प्रमाण लाउंदा है कि इस कतल दे विच इस तरह का एक केस होर भी इस अदालत च आया सी। उस फैसले नूं मुख रख के उस जुर्म दे जिस धारा के अधीन वो सज़ा दी गई सी, मैं उसनूं प्रमाण दे वजों लै रहा, वो मेरा प्रमाण है, अथेंटिक किया जाता सी। हुण उस वेले राजा समंता नूं पुछदा है, कहंदा है कि किहड़ा प्रमाण होवे साडे कोल, इतिहास की कोई चीज़ तो साडे सामने होवे ना कि रविदास नूं जे इस करके कतल करना है कि वह रब नूं मनदा तो साडे कोल प्रमाण तो होवे। कहंदे प्रमाण है राजन, रामायण नूं पढ़ो, प्रमाण है। राम का दरबार लगा होया है, एक पंडित रोंदा होया है, भगवान राम तू तो कहा सी जदों मैं राज ते बैठ जावांगा, जदों राम राज हो जाएगा किसी भी पिता के हुंदियां पुत्र की मौत नहीं होगी, तेरे राज च मेरे पुत्र की मौत हुई है।
ਕੋਲ ਖੜਾ ਸੀ ਕੁਲ ਗੁਰੂ ਵਸ਼ਿਸ਼ਟ। ਭਗਵਾਨ ਰਾਮ ਕਹਿੰਦਾ ਵਸ਼ਿਸ਼ਟ ਜੀ ਦੱਸੋ, ਤੁਸੀਂ ਤਾਂ ਵਰ ਦਿੱਤਾ ਸੀ ਕਿ ਰਾਮ ਜਦੋਂ ਤੂੰ ਰਾਜ ਤੇ ਬੈਠੇਗਾ ਤੇਰੇ ਹੁੰਦਿਆਂ ਤੇਰੇ ਰਾਜ ਦੇ ਵਿੱਚ ਕਿਸੇ ਪਿਤਾ ਦੇ ਹੁੰਦਿਆਂ ਪੁੱਤਰ ਦੀ ਮੌਤ ਨਹੀਂ ਹੋਵੇਗੀ। ਕੁਝ ਸੋਚਣ ਤੋਂ ਬਾਅਦ, ਅੰਤਰ ਧਿਆਨ ਹੋਣ ਤੋਂ ਬਾਅਦ ਵਸ਼ਿਸ਼ਟ ਇੱਕ ਤਰਕੀਬ ਸੋਚਦਾ, ਕਹਿੰਦਾ ਰਾਜਨ ਤੇਰੇ ਦਰਬਾਰ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਦੁਸ਼ਕਰਮ ਹੋ ਰਿਹਾ, ਭੈੜਾ ਕਰਮ ਹੋ ਰਿਹਾ ਹੈ। ਰਾਮ ਕਹਿੰਦਾ ਕੀ ਭੈੜਾ ਕਰਮ ਹੋ ਸਕਦਾ? ਕਹਿੰਦਾ ਜ਼ਰੂਰ ਤੇਰੇ ਰਾਜ ਦੇ ਵਿੱਚ ਕੋਈ ਦਲਿਤ ਭਗਤੀ ਕਰ ਰਿਹਾ ਹੈ। ਰਾਜ ਦੇ ਵਿੱਚ ਦਲਿਤ ਭਗਤੀ ਕਰੇ ਇਹ ਤੋਂ ਮਾੜਾ ਕਰਮ ਹੋਰ ਕੋਈ ਨਹੀਂ ਹੈ। ਇਸ ਨੂੰ ਕਿਹਾ ਜਾਂਦਾ ਰਾਮ ਰਾਜ, ਜਿਸ ਵਿੱਚ ਦਲਿਤ ਭਗਤੀ ਨਹੀਂ ਕਰ ਸਕਦਾ। ਰਾਮ ਰਾਜ। ਆਹ ਹੋਲੀ ਦੇ ਦਿਨ ਲੰਘੇ ਨੇ, ਮੈਂ ਇੱਕ ਬੇਨਤੀ ਕਰਾਂ, ਕੱਲ ਪਰਸੋਂ ਕੀਤੀ ਸੀ, ਹਰਨਾਕਸ਼, ਹੋਲਿਕਾ ਔਰ ਪ੍ਰਹਲਾਦ ਦੀ ਗੱਲ। ਔਰ ਅਸੀਂ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਚ ਰੱਖਦਾ ਆਇਆ ਰਾਮ ਰਾਜ। ਕਿ ਪ੍ਰਹਲਾਦ ਦੀ ਜਿਹੜੀ ਲਾਜ ਹੈ ਉਹ ਰਾਮ ਰਾਜੇ ਨੇ ਰੱਖੀ ਹੈ। ਅਗਲੀ ਗੱਲ, ਗੁਰੂਦੇਵ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਨੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਹੁਣ ਸਵਾਲ ਪੈਦਾ ਹੁੰਦਾ, ਧਰਲੂ ਨੇ ਕਿਹੜਾ ਰਾਮ ਜਪਿਆ? ਸਾਡੇ ਸਾਹਮਣੇ ਰਾਮ ਦੋ ਨੇ। ਇੱਕ ਰਾਮ ਉਹ ਹੈ ਜਿਹਦੇ ਰਾਜ 'ਚ ਦਲਿਤ ਭਗਤੀ ਨਹੀਂ ਕਰ ਸਕਦਾ। ਇੱਕ ਰਾਮ ਉਹ ਹੈ ਜਿਸ ਨੂੰ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਏ। ਜਿਹਦੇ ਹਿਰਦੇ 'ਚ ਉਹ ਵਸ ਜਾਂਦਾ ਹੈ, ਨਾ ਰੋਂਦਾ ਹੈ, ਨਾ ਮਰਦਾ ਹੈ, ਨਾ ਠੱਗਿਆ ਜਾਂਦਾ ਹੈ, ਨਾ ਵਰਲਾਪ ਕਰਦਾ ਹੈ, ਨਾ ਸੋਗੀ ਹੁੰਦਾ। ਤੇ ਇੱਕ ਰਾਮ ਉਹ ਹੈ, ਰੋਵੇ ਰਾਮ ਨਿਕਾਲਾ ਪਿਆ ਸੀਤਾ ਲਛਮਣ ਵਿਛੜ ਗਿਆ। ਇੱਕ ਰੋਂਦਾ ਹੈ। ਇੱਕ ਉਹ ਹੈ, ਕਹੋ ਨਾਨਕ ਇਹ ਬਿਪਤ ਮੇ ਟੇਕ ਏਕ ਰਘੁਨਾਥ। ਇੱਕ ਉਹ ਹੈ, ਰਾਮ ਗਿਓ ਰਾਵਣ ਗਿਓ ਜਾ ਕਾ ਬਹੁ ਪਰਿਵਾਰ। ਕੌਣ ਸੀ? ਕੌਣ ਰੱਖਿਆ ਕਰ ਰਿਹਾ ਭਗਤ ਪ੍ਰਹਲਾਦ ਦੀ? ਸੀਤਾ ਦਾ ਪਤੀ ਜਿਹੜਾ ਲਛਮਣ ਤੇ ਪਤਨੀ ਦੇ ਵਿਯੋਗ 'ਚ ਰੋਂਦਾ? ਨਹੀਂ। ਅਵਤਾਰਵਾਦ ਨੂੰ ਪੜ੍ਹੀਏ, 24 ਅਵਤਾਰ ਨੇ। ਪਹਿਲਾ ਅਵਤਾਰ ਹੈ ਮਸ਼, ਦੂਜਾ ਹੈ ਕਸ਼, ਤੀਜਾ ਹੈ ਵਰਾਹ, ਚੌਥਾ ਹੈ ਨਰਸਿੰਘ, ਪੰਜਵਾਂ ਹੈ ਵਾਮਨ, ਛੇਵਾਂ ਹੈ ਪਰਸੂਰਾਮ, ਸੱਤਵਾਂ ਹੈ ਰਾਮ। ਮੇਰਾ ਕਹਿਣ ਤੋਂ ਭਾਵ ਹੈ ਕਿ ਪ੍ਰਹਲਾਦ ਜਿਹੜਾ ਨਰਸਿੰਘ ਦੇ ਸਮੇਂ ਹੋਇਆ, ਤੇ ਪ੍ਰਹਲਾਦ ਦੇ ਵਿੱਚ ਤੇ ਨਰਸਿੰਘ ਦੇ ਵਿੱਚ 6,48,000 ਸਾਲ ਦਾ ਫਰਕ ਹੈ। ਰਾਮ ਜਿਹੜਾ ਅਯੁੱਧਿਆ ਦਾ ਰਾਜਾ ਪ੍ਰਹਲਾਦ ਤੋਂ 6,48,000 ਸਾਲ ਬਾਅਦ 'ਚ ਹੋਇਆ। ਫਿਰ ਪ੍ਰਹਲਾਦ ਨੇ ਕਿਸ ਰਾਮ ਦੀ ਪੂਜਾ ਕੀਤੀ? ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਹੇ। ਰਾਮ ਨੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕੀਤਾ, ਜੰਗਲ ਦੇ ਵਿੱਚ ਲੱਭਣ ਤੁਰ ਗਿਆ ਕਿ ਕਿਹੜਾ ਦਲਿਤ ਭਗਤੀ ਕਰਦਾ ਹੈ। ਕੁਦਰਤਨ ਇਸ ਰਾਮ ਦੇ ਪ੍ਰਕੋਪ ਤੋਂ ਡਰਦਾ ਇੱਕ ਦਲਿਤ ਇੱਕ ਝਾੜੀਆਂ ਦੇ ਵਿੱਚ ਖੂਹ ਹੈ, ਖੂਹ ਦੇ ਕੰਢੇ ਤੇ ਬੈਠਾ ਭਗਤੀ ਕਰ ਰਿਹਾ। ਨਾਮ ਹੈ ਸ਼ੰਭੂਕ। ਰਾਮ ਸਾਹਮਣੇ ਖੜਾ ਹੋਇਆ, ਕਹਿੰਦਾ ਤੇਰਾ ਨਾਮ ਕੀ ਹੈ? ਕਹਿੰਦਾ ਸ਼ੰਭੂਕ। ਕਹਿੰਦਾ ਜਾਤੀ? ਕਹਿੰਦਾ ਦਲਿਤ। ਕਹਿੰਦਾ ਭਗਤੀ ਕਿਉਂ ਕਰ ਰਿਹਾ? ਕਹਿੰਦਾ ਮੇਰਾ ਹੱਕ ਹੈ। ਕਹਿੰਦਾ ਭਗਤੀ ਕੇਵਲ ਬ੍ਰਾਹਮਣ ਔਰ ਛਤਰੀਆਂ ਦਾ ਹੱਕ ਹੈ। ਕਹਿੰਦਾ ਜਿਸ ਪ੍ਰਮਾਤਮਾ ਨੇ ਉਹਨੂੰ ਪੈਦਾ ਕੀਤਾ ਉਸ ਦਾ ਨਾਮ ਲੈਣਾ ਮੇਰਾ ਹੱਕ ਹੈ। ਬੜੇ ਲੰਮੇ ਸਵਾਲ ਜਵਾਬ ਹੋਏ। ਰਾਮ ਉਸ ਦੇ ਕਿਸੇ ਵੀ ਸਵਾਲ ਦਾ ਜਵਾਬ ਨਾ ਦੇ ਸਕਿਆ। ਤੈਸ਼ ਦੇ ਵਿੱਚ ਆ ਕੇ ਤਲਵਾਰ ਦਾ ਵਾਰ ਕੀਤਾ, ਸਿਰ ਧੜ ਤੋਂ ਜੁਦਾ ਕਰ ਦਿੱਤਾ, ਖਤਮ ਕਰ ਦਿੱਤਾ ਉਸਨੂੰ। ਹੁਣ ਉਹ ਜਿਹੜੇ ਸਾਮੰਤ ਨੇ ਉਹ ਉਸ ਵੇਲੇ ਰਾਜੇ ਨੂੰ ਕਹਿ ਰਹੇ ਨੇ, ਰਾਜਨ ਇਹਦੇ ਤੋਂ ਵੱਡਾ ਪ੍ਰਮਾਣ ਕਿਹੜਾ ਹੋ ਸਕਦਾ ਕਿ ਸਾਡੇ ਅਵਤਾਰ ਰਾਮ ਨੇ ਇਸ ਕਰਕੇ ਦਲਿਤ ਨੂੰ ਕਤਲ ਕਰ ਦਿੱਤਾ ਸੀ, ਕੋਈ ਭਗਤੀ ਕਰ ਰਿਹਾ ਸੀ। ਇਹ ਤੇ ਪ੍ਰਮਾਣ ਹੀ ਵੱਡਾ ਹੈ ਕਿ ਰਵਿਦਾਸ ਜਿੱਥੇ ਭਗਤੀ ਕਰ ਰਿਹਾ ਹੈ ਉੱਥੇ ਲੋਕਾਂ ਨੂੰ ਭਗਤੀ ਕਰਵਾ ਵੀ ਰਿਹਾ ਹੈ ਤੇ ਆਪ ਗੁਰੂ ਬਣ ਕੇ ਲੋਕਾਂ ਨੂੰ ਗੁਰੂ ਦੀਖਿਆ ਦੇ ਰਿਹਾ ਹੈ। ਇਹ ਤੋਂ ਵੱਡਾ ਹੋਰ ਕਿਹੜਾ ਫਤਵਾ ਆਇਦ ਕੀਤਾ ਜਾ ਸਕਦਾ? ਹੁਣ ਰਾਜਾ ਅਗਲਾ ਸਵਾਲ ਕਰਦਾ, ਜੇ ਕਿਤੇ ਤੁਸੀਂ ਇੱਕ ਪੁਰਾਣੇ ਸਮੇਂ ਤਸਵੀਰ ਹੁੰਦੀ ਸੀ, ਹੁਣ ਉਹ ਘੱਟ ਮਿਲਦੀ ਹੈ। ਰਵਿਦਾਸ ਜੀ ਨੇ ਆਪਣੀ ਛਾਤੀ ਚੀਰੀ ਹੋਈ ਆਰ ਦੇ ਨਾਲ, ਸ਼ਾਇਦ ਤੁਹਾਨੂੰ ਤਸਵੀਰ ਕਿਤੇ ਦਿਮਾਗ 'ਚ ਹੋਵੇ। ਉਹ ਜਿਹੜੀ ਬ੍ਰਾਹਮਣਾਂ ਦੀ ਬਣਾਈ ਇੱਕ ਕਿਰਤ ਸੀ। ਰਵਿਦਾਸ ਜੀ ਨੂੰ ਕਿਹਾ ਜਾ ਰਿਹਾ ਹੈ ਕਿ ਹੁਣ ਆਖਰ ਤੇ ਆ ਕੇ ਗਿਲ ਟਿਕ ਗਈ ਹੈ ਕਿ ਤੂੰ ਮੂਰਤੀ ਪੂਜਾ ਦਾ ਵਿਰੋਧ ਕਰਦਾ ਹੈ, ਤੂੰ ਅਵਤਾਰਵਾਦ ਦਾ ਵਿਰੋਧ ਕਰਦਾ ਹੈ, ਤੂੰ ਕਿਸੇ ਵੀ ਤਰ੍ਹਾਂ ਦੇ ਨਾਲ ਬੁੱਤ ਪ੍ਰਸਤੀ ਨੂੰ ਨਹੀਂ ਮੰਨਦਾ, ਤੂੰ ਜਨੇਊ ਦਾ ਵਿਰੋਧ ਕਿਉਂ ਕਰਦਾ? ਉਹ ਤੇ ਸਿਰਫ ਇੱਕ ਧਾਗਾ ਹੈ। ਰਵਿਦਾਸ ਜੀ ਕਹਿੰਦੇ ਮੈਂ ਅੰਦਰ ਪਹਿਨਿਆ। ਰਵਿਦਾਸ ਦਾ ਜਨੇਊ ਕਿਹੜਾ ਸੀ? ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹ ਜਨੇਊ ਜੀ ਕਾ ਹਾਈ ਤਾਂ ਪੰਡੇ ਕੱਤ ਨਾ ਇਹ ਟੁੱਟੇ ਨਾ ਮਲ ਲਾਗੇ ਨਾ ਇਹ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜਿਨ ਕਾ ਚੱਲੇ ਪਾਏ। ਇਹ ਰਵਿਦਾਸ ਦਾ। ਰਵਿਦਾਸ ਕਹਿੰਦਾ ਮੇਰਾ ਜਨੇਊ ਅੰਦਰ ਹੈ। ਸਾਮੰਤ ਉਸ ਵੇਲੇ ਕਹਿੰਦੇ ਨੇ ਰਾਜਾ ਜੇ ਇਹਦਾ ਜਨੇਊ ਚਮੜੀ ਦੇ ਅੰਦਰ ਤੇ ਇਸ ਦੀ ਚਮੜੀ ਚੀਰ ਕੇ ਵੇਖਣਾ ਚਾਹੀਦਾ ਹੈ। 6 ਇਤਿਹਾਸਕਾਰ ਸਤਨਾਮ ਸਿੰਘ, ਸ਼ਾਂਤੀ ਸਰੂਪ ਬੋਧ, ਰਾਮ ਸਰੂਪ ਵਰਮਾ, ਡਾਕਟਰ ਕੁਲੀਰ,
ਔਰ ਡਾਕਟਰ ਧਰਮਵੀਰ, ਇਹਨਾਂ 6 ਦੇ 6 ਥੀਸਿਸ ਮੇਰੇ ਮੋਬਾਈਲ ਦੇ ਵਿੱਚ ਨੇ, ਜਦੋਂ ਮਰਜ਼ੀ ਪ੍ਰਮਾਣ ਵਜੋਂ ਲੈ ਸਕਦੇ ਹੋ। ਇਹ ਸਾਰੇ ਕਹਿੰਦੇ ਨੇ ਕਿ ਉਸ ਵੇਲੇ ਰਵਿਦਾਸ ਨੂੰ ਫੜਿਆ ਗਿਆ, ਉਸ ਦੀ ਛਾਤੀ ਨੂੰ ਚੀਰਿਆ ਗਿਆ, ਉਸ ਦੇ ਟੁਕੜੇ ਟੁਕੜੇ ਕਰਕੇ ਉਸ ਨੂੰ ਜਲਾ ਦਿੱਤਾ ਗਿਆ, ਤੇ ਚਿਤੌੜਗੜ੍ਹ ਦੇ ਕਿਲ੍ਹੇ ਦੇ ਵਿੱਚ ਜਿੱਥੇ ਰਵਿਦਾਸ ਜੀ ਨੂੰ ਸਾੜਨ ਤੋਂ ਬਾਅਦ ਦਫਨ ਕੀਤਾ ਗਿਆ, ਉੱਥੇ ਇੱਕ ਜਗ੍ਹਾ ਹੈ ਰਵਿਦਾਸ ਛਤਰੀ। ਸੋ ਮੈਂ ਸੋਚਦਾ ਕਿ ਉਹ ਵੀ ਭਗਤ ਸ਼ਹੀਦ ਸੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ। ਵਕਤ ਮੈਂ ਥੋੜ੍ਹਾ ਜਿਹਾ ਉੱਪਰ ਲੈ ਗਿਆ, ਖਿਮਾ ਦਾ ਜਾਚਕ ਹੈ। ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਜਿਹੜਾ ਸਿੱਖ ਦੇ ਵਿੱਚ ਜੋਤ ਔਰ ਜੁਗਤ ਦੀ ਗੱਲ ਹੈ, ਉਹ ਇਬਾਦਤ ਤੋਂ ਸ਼ੁਰੂ ਹੁੰਦੀ ਹੈ, ਸ਼ਹਾਦਤ 'ਤੇ ਖਤਮ ਹੁੰਦੀ ਹੈ। ਤੇ ਜਿਹੜਾ ਸਿੱਖ ਦੀ ਜ਼ਿੰਦਗੀ ਦਾ ਸਫ਼ਰ ਹੈ, ਉਹ ਮੁਰੀਦ ਬਣਨ ਦੇ ਵਾਸਤੇ ਮੁਰਦਾ ਹੋਣਾ ਜ਼ਰੂਰੀ ਹੈ, ਜਿਸ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।